ਸੁਸ਼ੀਲ ਦੋਸਾਂਝ। ਦਲਜੀਤ ਦੋਸਾਂਝ ਉਹਦੇ ਪਿੰਡ ਦਾ ਹੈ ਨਹੀਂ, ਉਹ ਆਪ ਕੈਨੇਡਾ ਦੇ ਪਹਿਲੇ ਪੰਜਾਬੀ ਮੁੱਖ ਮੰਤਰੀ ਓਜਲ ਦੋਸਾਂਝ ਦੇ ਪਿੰਡ ਦਾ ਹੈ। ਨਹੀਂ, ਉਹਦਾ ਪਿੰਡ ਦਾ ਕਲਾਕਾਰਾਂ, ਲੇਖਕਾਂ, ਸਾਹਿਤਕਾਰਾਂ ਅਤੇ ਸਿਆਸਤਦਾਨਾਂ ਦੀ ਨਰਸਰੀ ਹੈ। ਹਾਂ ਸੱਚ, ਅਕਾਲੀ ਪੱਤਰਕਾਰ ਬਾਨੀ ਅਮਰ ਸਿੰਘ ਦੋਸਾਂਝ ਦਾ ਪਿੰਡ ਵੀ ਉਹੀ ਹੈ। ਮੈਂ ਸੁਸ਼ੀਲ ਦੋਸਾਂਝ ਦੀ ਗੱਲ ਕਰਦੀ ਹਾਂ, ਜਿਹਦੀ ਕਮਲ ਨੂੰ ਥਾਪਣਾ ਹੈ 5 ਪੀਰਾਂ ਦੀ ਅਤੇ ਗਲੇ ਨੂੰ ਵੱਡੀ ਬਖਸ਼ੀਸ਼। ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਰਨਲ ਸਕੱਤਰ ਦਾ ਅਹਿਮ ਅਹੁਦਾ ਉਹਦੀ ਝੋਲੀ ਪਿਆ ਹੈ। ਕਈ ਅਖਬਾਰਾਂ ਵਿੱਚ ਸੰਪਾਦਕੀ ਕਰਦਾ ਰਿਹਾ। ਅੱਜਕੱਲ ਉਹਦੀ ਆਵਾਜ਼ ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਜ਼ਿਆਦਾ ਸੁਣੀ ਜਾਂਦੀ ਹੈ। ਸੁਸ਼ੀਲ ਦੋਸਾਂਝ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਮਿਹਰਬਾਨੀ ਕਮਲਜੀਤ ਬਨਵੈਤ ਜੀ। ਦੋਸਾਂਝ ਜੀ, ਮੈਂ ਪਹਿਲਾਂ ਹੀ ਗੱਲ ਕਰ ਰਿਹਾ ਸੀਗਾ ਕਿ ਤੁਹਾਡੇ ਜੀ ਪਿੰਡ ਨੂੰ ਬਿਲੋਂਗ ਕਰਦਾ ਦਲਜੀਤ ਦੋਸਾਂਝ ਜੀ ਤੇ ਤੁਸੀਂ ਜਿਹੜੇ ਉਜਲ ਦੋਸਾਂਝ ਸੀਗੇ BC ਕੋਲੰਬੀਆ ਦੇ ਪਹਿਲੇ ਮੁੱਖ ਮੰਤਰੀ, ਉਹਨਾਂ ਦੇ ਪਿੰਡ ਤੋਂ ਜੀ, ਜਾਂ ਮੈਂ ਇਹਨੂੰ ਹੋਰ ਸੌਖੇ ਸ਼ਬਦਾਂ 'ਚ ਕਹਿ ਲਾਂ ਕਿ ਜੇ ਪਿੰਡ ਦੋਸਾਂਝ ਦੀਆਂ ਇੱਕ ਕਲਾਕਾਰੀ ਦੇ ਖੇਤਰ ਵਿੱਚ, ਗਾਇਕੀ ਦੇ ਖੇਤਰ ਵਿੱਚ ਮੁਕਾਮ ਆ, ਦੂਜਾ ਸਿਆਸਤ ਵਿੱਚ, ਤੇ ਤੁਸੀਂ ਸਾਹਿਤ ਦੇ ਖੇਤਰ ਵਿੱਚ ਜਾਂ ਪੱਤਰਕਾਰੀ ਦੇ ਖੇਤਰ ਵਿੱਚ ਹਸਤਾਖਰ ਹੋ। ਤੁਸੀਂ ਇਸ ਵੇਲੇ, ਜਿਵੇਂ ਸਾਡਾ ਸ਼ੋਅ ਕਹਿੰਦਾ ਕਿ ਗੁੱਡੀ ਚੜੀ ਹੁੰਦੀ ਆ, ਤੁਹਾਡੀ ਜਿਹੜੀ ਗੁੱਡੀ ਆ ਚੜੀ ਹੋਈ ਆ, ਰੱਬ ਕਰੇ, ਹੈ ਨਾ, ਤੇ ਤੁਸੀਂ ਦੱਸੋਗੇ ਆਪਣੇ ਥੋੜਾ ਲਾਈਫ ਬਾਰੇ, ਸ਼ੁਰੂਆਤ ਦੇ ਬਚਪਨ ਬਾਰੇ, ਜਾਂ ਕਿਸ ਪਰਿਵਾਰ 'ਚ ਤੁਹਾਡਾ ਜਿਹੜਾ ਬਰਥ ਹੋਇਆ, ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਤੁਸੀਂ ਝੇਲੀਆਂ, ਥੋੜਾ ਆਪਣੇ ਬਾਰੇ ਦੱਸੋ ਜੀ। ਮੈਂ ਤੁਹਾਨੂੰ ਦੱਸਦਾ, ਤੁਸੀਂ ਦੋਸਾਂਝ ਕਲਾਂ ਦਾ ਜ਼ਿਕਰ ਕੀਤਾ। ਦੋਸਾਂਝ ਕਲਾਂ ਫਗਵਾੜੇ ਤੋਂ 8 ਕਿਲੋਮੀਟਰ ਹੈ। ਜੀ ਨਹਿਰੇ ਜਾਓ ਤਾਂ ਮੁਕੰਦਪੁਰ ਵੱਲ ਨੂੰ 8 ਕਿਲੋਮੀਟਰ ਤੇ ਦੋਸਾਂਝ ਕਲਾਂ ਆ ਜਾਂਦੀ ਹੈ। ਪੜਾਪਰ ਤੋਂ 8 ਕਿਲੋਮੀਟਰ ਹੈ। ਹਾਂਜੀ ਬਿਲਕੁਲ, ਤੁਹਾਡੇ ਪਿੰਡ ਤੋਂ ਵੀ 8 ਕਿਲੋਮੀਟਰ ਹੈ। ਸੋ ਮੇਰਾ ਦੱਸਣ ਦਾ ਮਤਲਬ ਹੈ, ਤੁਸੀਂ ਕੁਝ ਖੇਤਰਾਂ ਦਾ ਜ਼ਿਕਰ ਕੀਤਾ। ਜੀ ਜਿੱਦਾਂ ਤੁਸੀਂ ਇੱਕ ਗਾਇਕੀ ਦੇ ਖੇਤਰ ਦਾ ਜ਼ਿਕਰ ਕੀਤਾ, ਉਹ 'ਚ ਦਲਜੀਤ ਦੋਸਾਂਝ ਹੈ। ਦਲਜੀਤ ਦੋਸਾਂਝ ਤੋਂ ਬਿਨਾਂ ਵੀ ਸਾਡੇ ਕੋਲ ਪਹਿਲਾਂ ਬੜੇ ਗਾਇਕ ਸਾਡੇ ਪਿੰਡ ਦੇ ਹੋਏ। ਜਸਵੀਰ ਦੋਸਾਂਝ ਹੋਏ ਆ, ਜਰਨੈਲ ਦੋਸਾਂਝ ਹੋਏ ਆ, ਤੇ ਅੱਜ ਕੱਲ੍ਹ ਵੀ ਇੱਕ ਰਣਵੀਰ ਦੋਸਾਂਝ ਗਾਇਕ ਹੈ। ਇੱਕ ਬੈਨਟ ਦੋਸਾਂਝ ਜਿਹੜਾ ਬਕਾਇਦਾ ਇੱਕ ਜਿਹੜਾ ਰਿਐਲਿਟੀ ਸ਼ੋਅ ਦੇ ਵਿੱਚ ਵਿਨਰ ਰਿਹਾ। ਮਹਿੰਦਰ ਦੋਸਾਂਝ ਤੁਹਾਡੇ ਪਿੰਡ ਤੋਂ ਨੇ? ਮਹਿੰਦਰ ਦੋਸਾਂਝ ਵੀ 3 ਨੇ ਸਾਡੇ, 3 ਪਾਪੂਲਰ ਨੇ। ਇੱਕ ਮਹਿੰਦਰ ਦੋਸਾਂਝ ਜਿਹੜੇ ਜਗਤਪੁਰ ਰਹਿੰਦੇ ਨੇ ਅੱਜ ਕੱਲ੍ਹ, ਪਰ ਹੈ ਉਹ ਸਾਡੇ ਪਿੰਡ ਤੋਂ, ਜਿਹੜੇ ਖੇਤੀ ਮਾਹਰ ਨੇ। ਤੇ ਇੱਕ ਮਹਿੰਦਰ ਦੋਸਾਂਝ ਜਿਹੜੇ ਆ ਖਾਲਸਾ ਸਕੂਲ ਜਿਹੜਾ ਅੰਮ੍ਰਿਤਸਰ ਵਾਲਾ, ਉਹਦੇ ਪ੍ਰਿੰਸੀਪਲ ਰਹੇ ਨੇ। ਇੱਕ ਮਹਿੰਦਰ ਦੋਸਾਂਝ ਜਿਹੜੇ ਆ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਐਕਟਿਵ ਰਹੇ ਨੇ। ਸੋ ਚਲੋ, ਮੇਰੇ ਦੱਸਣ ਦਾ ਮਤਲਬ ਇਹ ਹੈ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਦੋਸਾਂਝ ਕਲਾਂ ਜਾਂ ਦੋਸਾਂਝ ਕਲਾਂ ਦੇ ਇਲਾਕੇ ਦਾ ਬਹੁਤ ਵੱਡਾ ਰੋਲ ਰਿਹਾ ਹੈ। ਉਜਲ ਦੋਸਾਂਝ ਦਾ ਤੁਸੀਂ ਜ਼ਿਕਰ ਕੀਤਾ, ਉਹ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰਹੇ ਨੇ, ਤੇ ਉਹਨਾਂ ਦੇ ਫਾਦਰ ਸਾਹਿਬ ਸਰ ਪ੍ਰੀਤਮ ਸਿੰਘ ਸਾਡੇ ਇਲਾਕੇ ਦੇ ਕਾਂਗਰਸ ਦੇ ਵੱਡੇ ਲੀਡਰ ਰਹੇ ਨੇ। ਜੇ ਮੈਂ ਹੋਰ ਰਾਜਨੀਤੀ ਦੀ ਗੱਲ ਕਰਾਂ, ਆਜ਼ਾਦੀ ਤੋਂ ਪਹਿਲਾਂ ਦੀ ਜਿਹੜੀ ਪੋਲੀਟਿਕਸ ਰਹੀ ਹੈ, ਮੁਲਕ ਨੂੰ ਆਜ਼ਾਦ ਕਰਾਉਣ ਦੀ ਪੋਲੀਟਿਕਸ, ਉਹਦੇ ਲਈ ਚਾਹੇ ਗਦਰ ਮੂਵਮੈਂਟ ਹੋਵੇ, ਚਾਹੇ ਅਕਾਲੀ ਮੋਰਚੇ ਹੋਣ, ਉਹ 'ਚ ਵੀ ਸਾਡੇ ਪਿੰਡ ਦਾ ਬਹੁਤ ਯੋਗਦਾਨ ਰਿਹਾ ਹੈ। ਸੋ ਮੈਂ ਸਮਝਦਾ ਕਿ ਦਲਜੀਤ ਦੋਸਾਂਝ ਜਾਂ ਉਜਲ ਦੋਸਾਂਝ ਜਾਂ ਸੁਸ਼ੀਲ ਦੋਸਾਂਝ, ਇਸ ਤੋਂ ਵੀ ਪਹਿਲਾਂ ਸਭ ਤੋਂ ਵੱਡਾ ਨਮਨ ਸਾਨੂੰ ਕਰਨਾ ਪੈਣਾ ਬਾਬਾ ਭਗਵਾਨ ਸਿੰਘ ਦੋਸਾਂਝ ਹੋਰਾਂ ਦਾ, ਜਿਹੜੇ ਗਦਰ ਪਾਰਟੀ ਦੇ ਹੀਰੋ ਰਹੇ ਆ। ਤੇ ਬੜੇ ਲੋਕ ਨੇ ਇੱਦਾਂ ਹੀ ਸਪੋਰਟਸ ਦੇ ਵਿੱਚ। ਪਵਿੱਤਰ ਸਿੰਘ ਦੋਸਾਂਝ ਜਿਹੜਾ, ਬਹੁਤ ਸਾਰੇ ਲੋਕਾਂ ਨੂੰ ਯਾਦ ਹੋਏਗਾ ਵੀ ਜਦੋਂ 82 ਦੀ ਏਸ਼ੀਅਨ ਗੇਮਸ ਹੋ ਰਹੀ ਸੀ, ਤਾਂ 4x400 ਮੀਟਰ ਦੀ ਰੇਸ ਜਿਹੜੀ, ਉਹ 'ਚ ਵਰਲਡ ਰਿਕਾਰਡ ਬਣਨਾ ਸੀ, ਉਹਦੇ ਸਾਡਾ ਮੁੰਡਾ ਦੌੜ ਰਿਹਾ ਸੀ ਪਵਿੱਤਰ ਦੋਸਾਂਝ, ਬੈਟਨ ਛੁੱਟ ਗਿਆ ਤੇ ਚਲੋ ਪਿੱਛੇ ਰਹਿ ਗਏ। ਮੈਨੂੰ ਹੋਰ ਵੀ ਯਾਦ ਆ ਗਿਆ, ਅਮਰ ਸਿੰਘ ਦੋਸਾਂਝ ਅਕਾਲੀ ਪੱਤਰਕਾਰ। ਮੈਂ ਦੱਸਣ ਲੱਗਾ ਸੀ ਪੱਤਰਕਾਰੀ ਦੇ ਖੇਤਰ ਦੇ ਵਿੱਚ, ਮਤਲਬ ਅਕਾਲੀ ਪੱਤਰਕਾਰ ਕਿਸੇ ਵੇਲੇ ਪੰਜਾਬ ਦੀ ਨਹੀਂ, ਦੇਸ਼ ਦੀ ਸਭ ਤੋਂ ਵੱਡੀ ਅਖਬਾਰ ਹੁੰਦੀ ਸੀ। ਉਹਦੇ ਬਾਨੀ ਸੰਪਾਦਕ ਅਮਰ ਸਿੰਘ ਦੋਸਾਂਝ ਹੈ। ਜੇ ਤੁਸੀਂ ਫਗਵਾੜੇ ਤੋਂ ਜਾਣਾ ਹੋਵੇ ਗੁਰਾਇਆ ਨੂੰ, ਤੇ ਜਿਹੜਾ ਨਹਿਰ ਹੈ ਜਿੱਥੇ, ਉੱਥੇ ਗੇਟ ਹਾਲੇ ਵੀ ਬਣਿਆ ਹੋਇਆ, ਅਮਰ ਸਿੰਘ ਦੋਸਾਂਝ ਯਾਦਗਾਰੀ ਗੇਟ, ਉੱਥੋਂ 8 ਕਿਲੋਮੀਟਰ ਸਾਡਾ ਪਿੰਡ ਹੈ। ਸਾਹਿਤ ਦਾ ਤੁਸੀਂ ਜ਼ਿਕਰ ਕੀਤਾ, ਮੈਂ ਤਾਂ ਹੁਣ ਨਵਿਆਂ 'ਚ ਸੁਸ਼ੀਲ ਦੋਸਾਂਝ ਇੱਕ ਪੋਇਟ ਹੈ ਜੀ, ਪੱਤਰਕਾਰ ਹੈ, ਜਾਂ ਕੁਝ ਵੀ ਹੈ, ਜਾਂ ਰੇਡੀਓ ਹੋਸਟ ਹੈ, ਸਾਰਾ ਕੁਝ TV ਹੋਸਟ ਹੈ। ਪੱਤਰਕਾਰੀ ਦੇ ਨਾਲ ਸਾਹਿਤ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਤੇ ਨਾਜਰ ਸਿੰਘ ਤਰਸ ਪੰਜਾਬੀ ਦੇ ਬਹੁਤ ਵੱਡੇ ਕਵੀ ਹੋਏ, ਉਹ ਦੋਸਾਂਝ ਕਲਾਂ ਦੇ। ਕਸ਼ਮੀਰਾ ਸਿੰਘ ਮਾਹੀ ਵੱਡੇ ਕਵੀ ਹੋਏ। ਜੋਗਿੰਦਰ ਮਤਵਾਲੇ ਦਾ ਗੀਤ ਤੱਕ ਮੰਤਰੀ ਪ੍ਰਸਿੱਧੀ ਹਾਸਲ ਕਰ ਗਿਆ ਹੈ। ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਦੇਖੋ, ਮੈਲੀ ਰੰਗ ਮਨਾ ਰਹੀਆਂ ਉਹਨਾਂ ਨਾਰਾਂ ਨੂੰ ਦੇਖੋ, ਇਹ ਜੋਗਿੰਦਰ ਮਤਵਾਲਾ, ਦਰਸ਼ਨ ਸ਼ੌਂਕੀ। ਉਸ ਤੋਂ ਬਾਅਦ ਇਸ ਵੇਲੇ ਵੀ ਪੰਜਾਬੀ ਸਾਹਿਤ ਸਭਾ ਦੋਸਾਂਝ ਕਲਾਂ ਉੱਥੇ ਹੈ। ਸੋ ਬੜੇ ਹਰ ਖੇਤਰ 'ਚ ਦੋਸਾਂਝ ਕਲਾਂ ਦੀ ਜਿਹੜੀ ਮਿੱਟੀ ਹੈ, ਉਹਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇੱਕ ਕਹਾਵਤ ਹੈ ਵੀ ਜਿਹੜਾ ਸੰਸਾਰਪੁਰ ਹੈ ਨਾ, ਹਾਕੀ ਵਾਲਾ, ਵੀ ਉੱਥੇ ਹਾਕੀ ਵਾਲਿਆਂ ਦੀ ਪਨੀਰੀ ਲੱਗਦੀ ਹੈ। ਸਾਡੇ ਪਿੰਡ ਲਈ ਕਹਾਵਤ ਹੈ ਵੀ ਦੋਸਾਂਝ ਕਲਾਂ 'ਚ ਕਵੀਆਂ ਦੀ ਪਨੀਰੀ ਲੱਗਦੀ ਹੈ। ਸੋ ਉਸ ਪਿੰਡ ਤੋਂ ਬਾਕੀ ਸਟਰਗਲ ਦਾ ਜਿਹੜਾ ਮਸਲਾ ਹੈ,
ਸਾਰੀ ਦੁਨੀਆ ਜਿਹੜੀ ਆ ਜਿਸ ਦੌਰ 'ਚੋਂ ਅਸੀਂ ਲੰਘ ਰਹੇ ਅੱਜ ਵੀ ਸਟਰਗਲ 'ਚ ਹੈ। ਪਰ ਜਿਹੜਾ ਜੇ ਤੁਸੀਂ ਪਰਸਨਲੀ ਮੇਰੇ ਬਾਰੇ ਪੁੱਛਣਾ ਹੋਵੇ ਨਿੱਜੀ ਤੌਰ ਦੇ ਉੱਤੇ, ਤੇ ਸਾਡੇ ਪਰਿਵਾਰ ਦੀ ਜਿਹੜੀ ਸਟਰਗਲ ਹੈ ਉਹ ਹਾਲੇ ਵੀ ਚੱਲਦੀ ਹੈ। ਤੇ ਜਿਸ ਅੱਤ ਦੀ ਗਰੀਬੀ ਦੇ ਵਿੱਚੋਂ ਬਾਕੀ ਲੋਕਾਂ ਵਾਂਗ ਅਸੀਂ ਨਿਕਲੇ ਆ, ਉੱਦਾਂ ਹੀ ਅਸੀਂ ਨਿਕਲੇ ਆ। ਤੇ ਬੜੇ ਮਾੜੇ ਦਿਨ ਦੇਖਿਆ, ਪਰ ਉਹਨਾਂ ਮਾੜੇ ਦਿਨਾਂ ਨੂੰ ਅਸੀਂ ਆਪਣੀ ਤਾਕਤ ਬਣਾਇਆ। ਜੀ ਜੀ, ਅਸੀਂ ਉਹ ਬਹੁਤਾ ਜ਼ਿਕਰ ਕਰਕੇ ਤਰਸ ਦੇ ਪਾਤਰ ਨਹੀਂ ਬਣਨ ਦੀ ਕੋਸ਼ਿਸ਼ ਕਰਦੇ। ਹਾਂ, ਇਹ ਵੀ ਉਹਦੇ ਚੋਂ ਨਿਕਲਣਾ ਕਿੱਦਾਂ ਆ, ਉਹ ਰਸਤੇ ਕਿੱਦਾਂ ਕੱਢਣੇ ਆ। ਤੁਸੀਂ ਉਹ ਰਸਤੇ ਕੱਢਦੇ ਅੱਜ ਇੱਥੇ ਤੱਕ ਆ ਗਏ। ਸੁਸ਼ੀਲ ਜੀ, ਜਿਹੜਾ ਮੇਰਾ ਇਹ ਪ੍ਰੋਗਰਾਮ ਹੈ ਨਾ ਜੀ, ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ, ਇਹ ਇਹਦਾ ਮਕਸਦ ਇਹੀ ਆ ਕਿ ਤੁਹਾਡੇ ਜੀਵਨ ਤੋਂ ਜਿਨ੍ਹਾਂ ਨੇ ਬਹੁਤ ਤੁਣਕੇ ਮਾਰੇ ਆ, ਜਿਹੜੇ ਸਾਡੀ ਆ ਪੀੜ੍ਹੀ ਆ, ਬੱਚੇ ਆ ਜਾਂ ਕੋਈ ਵੀ ਆ, ਉਹ ਤੋਂ ਇੰਸਪਾਇਰ ਹੋ ਸਕਣ। ਜੀ ਜੀ, ਸੋ ਮੇਰਾ ਮਕਸਦ ਇਹ ਆ। ਤੁਸੀਂ ਜਿਵੇਂ ਠੀਕ ਆ ਤੁਹਾਡੀ ਗੱਲ ਕਿ ਜਦੋਂ ਅੱਗੇ ਵਧਣਾ ਪਿੱਛੇ ਬੰਦਾ ਘੱਟ ਦਿਖਦਾ, ਪਰ ਥੋੜਾ ਜਿਹਾ ਜੇ ਤੁਸੀਂ ਮੈਨੂੰ ਦੱਸ ਦਿਓ। ਮੈਂ ਦੱਸਦਾ। ਦੇਖੋ, ਮੈਂ ਬਹੁਤ ਗਰੀਬ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ, 4 ਭਰਾ ਆ। ਅੱਛਾ ਜੀ। ਤੇ ਸਾਡੇ ਫਾਦਰ ਸਾਹਿਬ ਜਿਹੜੇ ਆ ਉਹ ਅੱਜ ਕੱਲ੍ਹ ਇਸ ਦੁਨੀਆ 'ਚ ਨਹੀਂ ਆ, ਮੇਰੇ ਮਦਰ ਹੈਗੇ ਆ। ਤੇ ਉਹਨਾਂ ਦੀ ਭੈਣ ਜੀ ਜਿਹੜੇ ਮੇਰੇ ਭੂਆ ਜੀ, ਉਹ ਦਿੱਲੀ ਸੀਗੇ। ਅੱਛਾ ਜੀ। ਤੇ ਇਹ ਉਦੋਂ ਦੀ ਗੱਲ ਹੈ ਜਦੋਂ 1972-73 ਦੀ ਗੱਲ ਹੈ। ਤੇ ਸਾਡੀ ਭੂਆ ਨੇ ਸੋਚਿਆ ਵੀ ਮੇਰਾ ਗਰੀਬ ਭਰਾ ਇੱਕ ਰਹਿੰਦਾ ਪਿੰਡ ਦੁਸਾਂਝ ਕਲਾਂ, ਵੀ ਹੋਰ ਤਾਂ ਕੁਝ ਹੈ ਨਹੀਂ, ਇਹਦਾ ਇੱਕ ਬੱਚਾ ਪੜ੍ਹਾ ਦਈਏ। ਅੱਛਾ ਜੀ। ਉਹ ਮੈਨੂੰ ਫਿਰ ਦਿੱਲੀ ਲੈ ਗਏ। ਉਦੋਂ ਮੈਂ ਦੂਜੀ ਜਮਾਤ 'ਚ ਪੜ੍ਹਦਾ ਸੀ, 1967 ਦਾ ਮੇਰਾ ਬਰਥ ਹੈ। ਅੱਛਾ ਜੀ। ਜਦੋਂ ਦੂਜੀ ਜਮਾਤ 'ਚ ਪੜ੍ਹਦਾ ਸੀ ਤੇ ਮੈਨੂੰ ਦਿੱਲੀ ਲੈ ਗਏ ਵੀ ਇਹਨੂੰ ਪੜ੍ਹਾਉਣਾ ਆ। ਦਿੱਲੀ ਉਹਨਾਂ ਨੇ ਬੜੀ ਮਿਹਨਤ ਕਰਕੇ ਮੈਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਹਾਲਾਤ ਕੁਝ ਇਸ ਤਰ੍ਹਾਂ ਦੇ ਸੀ ਕਿ ਜਿਵੇਂ ਇੱਕ ਬੱਚਾ ਛੋਟੀ ਉਮਰ ਦੇ ਵਿੱਚ ਕਿਤੇ ਚੱਲ ਜਾਵੇ, ਜਿੱਦਾਂ ਅੱਜ ਕੱਲ੍ਹ ਅਸੀਂ ਆਪਣੇ ਬੱਚਿਆਂ ਨੂੰ ਹੋਸਟਲ 'ਚ ਛੱਡ ਦਿੰਦੇ ਹਾਂ, ਤੇ ਬੱਚੇ ਨੂੰ ਉਹ ਯਾਦ ਰਹਿੰਦਾ, ਪਿੱਛੋਂ ਚੇਤਾ ਆਉਂਦਾ ਆਪਣੀ ਮਾਂ ਦਾ, ਆਪਣੇ ਪਿਓ ਦਾ। ਮੇਰੇ ਲਈ ਵੀ ਇਹ ਪ੍ਰੋਬਲਮ ਸੀ। ਤੇ ਦੂਜਾ, ਮੇਰੇ ਨਾਲ ਟਰੀਟ ਜਿਹੜੀ ਮੇਰੀ ਭੂਆ ਦੀ ਲੜਕੀ ਕਰਦੀ ਸੀ, ਉਹ ਇਸ ਢੰਗ ਨਾਲ ਕਰਦੀ ਸੀ ਵੀ ਪੜ੍ਹਾਉਣ ਦੇ ਨਾਂ ਦੇ ਉੱਤੇ ਲੰਘਦਿਆਂ ਵੜਦਿਆਂ ਥੱਪੜ ਮਾਰ ਜਾਣਾ, ਵੀ ਮਤਲਬ ਉਹ ਬੜੇ ਹੋਰ ਤਰ੍ਹਾਂ ਦਾ ਮਾਹੌਲ ਸੀ। ਉੱਥੋਂ ਫਿਰ ਮੈਂ ਭੱਜਿਆ। ਈਰਖਾ ਜੀ ਆਪਾਂ ਕਹਿ ਸਕਦੇ ਹਾਂ ਨਾ? ਈਰਖਾ ਨਹੀਂ ਕਹਿ ਸਕਦੇ, ਮਤਲਬ ਉਹਦਾ ਵੀ ਸੁਭਾਅ ਹੁੰਦਾ, ਕਈ ਵਾਰੀ ਸੁਭਾਅ ਹੁੰਦਾ। ਬਾਅਦ ਵਿੱਚ ਉਸੇ ਭੂਆ ਦੀ ਕੁੜੀ ਨੂੰ ਮੈਂ 13 ਸਾਲ ਬਾਅਦ ਮੈਂ ਖੁਦ ਲੱਭਿਆ, ਜਦੋਂ ਮੈਂ ਇੱਥੇ ਵਾਪਸ ਆ ਗਿਆ ਸੀ, ਜਦ ਕਿ ਉਹ ਵੀ ਘਰ ਛੱਡ ਕੇ ਚਲੀ ਗਈ ਸੀ, ਤੇ ਬਾਅਦ 'ਚ ਮੈਂ ਹੀ ਲੱਭਣ ਵਾਲਾ ਸੀ ਉਹਨੂੰ। ਸੋ ਮੇਰੇ ਦੱਸਣ ਮੈਨੂੰ ਆਉਣਾ ਪਿਆ। ਆਇਆ ਮੈਂ ਕਿੱਦਾਂ ਆਇਆ? ਮੈਂ ਚੋਰੀ ਭੱਜ ਕੇ ਆਇਆ ਉੱਥੋਂ। ਛੋਟਾ ਜਿਹਾ ਬੱਚਾ ਸੀ, 4ਥੀ 'ਚ ਪੜ੍ਹਦਾ ਸੀ, ਤੇ ਮੈਂ ਰੇਲ ਗੱਡੀ 'ਚ ਬਹਿ ਗਿਆ ਉੱਥੋਂ ਪੁਰਾਣੀ ਦਿੱਲੀ ਤੋਂ, ਤੇ ਫਗਵਾੜੇ ਆ ਕੇ ਉਤਰ ਗਿਆ। ਮੈਨੂੰ ਇੰਨੇ ਪਤਾ ਸੀ ਵੀ ਇਹ ਜਿਹੜਾ ਫਗਵਾੜਾ ਹੈ ਨਾ, ਫਗਵਾੜੇ ਦੇ ਲਾਗੇ ਇੱਕ ਨਹਿਰ ਆ ਫਗਵਾੜੇ 'ਚ, ਉਹ ਨਹਿਰੇ ਜਾਓ ਤਾਂ ਆਪਣਾ ਪਿੰਡ ਆ ਜਾਂਦਾ। ਤੇ ਮੇਰੇ ਘਰ ਦੇ ਹੈਰਾਨ ਸੀ। ਮੈਂ 4ਥੀ 'ਚ ਪੜ੍ਹਦਾ ਸੀ ਉਦੋਂ। 4ਥੀ 'ਚ ਪੜ੍ਹਨ ਦਾ ਮਤਲਬ ਹੈ 11-12 ਸਾਲ ਦਾ ਸੀ ਮੈਂ, ਹੈ ਨਾ। 6 ਸਾਲ ਦੇ ਬੱਚੇ ਨੂੰ ਪਹਿਲੀ 'ਚ ਪਾਉਂਦੇ ਆ, ਤੇ 11-12 ਸਾਲ ਦਾ ਸੀਗਾ। ਤੇ ਮੈਂ ਜਦੋਂ ਘਰ ਵੜਿਆ ਸਵੇਰੇ 7 ਵਜੇ, ਇੱਕ ਮੈਨੂੰ ਨਾਂ ਭੁੱਲ ਗਿਆ, ਉਹ ਗੱਡੀ ਜਿਹੜੀ ਆਉਂਦੀ ਹੁੰਦੀ ਸੀ, ਉਹ ਛੱਤੀਸਗੜ੍ਹ ਸੀਗੀ ਸ਼ਾਇਦ ਉਹਦਾ ਨਾਂ, ਤੇ ਉਹਦੇ 'ਚ ਆਇਆ ਮੈਂ। ਸਵੇਰੇ 5 ਵਜੇ ਉਤਰਿਆ ਫਗਵਾੜੇ, ਤੁਰ ਪਿਆ ਉੱਧਰ ਨੂੰ ਪੁੱਛ ਕੇ ਵੀ ਨਹਿਰ ਕਿੱਥੇ ਆ, ਤੇ ਉਹ ਨਹਿਰ 'ਤੇ ਪਹੁੰਚ ਕੇ ਮੈਂ ਕਿਸੇ ਦੇ ਸਾਈਕਲ 'ਤੇ ਬੈਠ ਕੇ ਪਿੰਡ ਆ ਗਿਆ। ਤੇ ਘਰ ਗਿਆ, ਘਰ ਦੇ ਹੈਰਾਨ ਵੀ ਕਾਕਾ ਕਿੱਥੋਂ ਆ ਗਿਆ, ਕਿਉਂਕਿ ਉਹ ਦੌਰ ਤਾਂ ਇਦਾਂ ਦਾ ਸੀ ਵੀ ਚਿੱਠੀ ਜਾ ਸਕਦੀ ਸੀ, ਫੋਨ ਹੁੰਦੇ ਨਹੀਂ ਸੀ। ਤੇ ਉਹ ਉੱਧਰ ਲੱਭਦੇ ਰਹੇ ਮੈਨੂੰ ਦਿੱਲੀ ਵਾਲੇ, ਤੇ ਇੱਧਰ ਉਹ ਪਰੇਸ਼ਾਨ, ਤੇ ਉਹਨਾਂ ਨੇ ਚਿੱਠੀ ਪਾਈ ਵੀ ਕਾਕਾ ਲੱਭਦਾ ਨਹੀਂ, ਨਿਕਨੇਮ ਮੇਰਾ ਕਾਕਾ ਹੈ। ਤੇ ਇਹਨਾਂ ਨੇ ਫਿਰ ਚਿੱਠੀ ਪਾਈ ਵੀ ਉਹ ਆ ਗਿਆ। ਸੋ ਉਸ ਤੋਂ ਬਾਅਦ ਵੀ ਸਟਰਗਲ ਮੁੱਕੀ ਨਹੀਂ। ਉਸ ਤੋਂ ਬਾਅਦ ਫਿਰ ਕਿਉਂਕਿ ਮੇਰਾ ਹਿੰਦੀ ਮੀਡੀਅਮ ਸੀਗਾ। ਅੱਛਾ ਜੀ। ਹਾਂਜੀ, ਹਿੰਦੀ ਮੀਡੀਅਮ ਸੀ, ਤੇ ਮੈਨੂੰ ਫਗਵਾੜੇ ਪੜ੍ਹਨ ਲਾ ਦਿੱਤਾ ਗਿਆ ਆਰੀਆ ਹਾਈ ਸਕੂਲ ਦੇ ਵਿੱਚ। ਆਰੀਆ ਹਾਈ ਸਕੂਲ 2 ਹੈ, ਇੱਕ ਪ੍ਰਾਇਮਰੀ ਸਕੂਲ, ਉਹਨੂੰ ਵੀ ਆਰੀਆ ਹਾਈ ਸਕੂਲ ਹੀ ਕਹਿੰਦੇ ਆ। ਤੇ ਪ੍ਰਾਇਮਰੀ ਤੋਂ ਬਾਅਦ ਜਿਹੜਾ ਆਰੀਆ ਹਾਈ ਸਕੂਲ ਹੈ, ਉਹ 'ਚ ਮੈਂ 6ਵੀਂ ਤੱਕ ਗਿਆ। ਪਰ ਆਦਤਾਂ ਵਿਗੜੀਆਂ ਹੋਈਆਂ ਸੀ, ਕੁੱਟ ਖਾ ਕੇ ਦਿੱਲੀ ਵਾਲੀ ਭੈਣ ਦੀਆਂ, ਹੈ ਨਾ। ਆਦਤਾਂ ਵਿਗੜ ਗਈਆਂ ਸੀ, ਤੇ ਮੈਂ ਕੀ ਕਰਦਾ, ਘਰੋਂ ਆਉਣਾ, ਮੈਨੂੰ ਘਰਦਿਆਂ ਨੇ ਬੜੇ ਔਖੇ ਹੋ ਕੇ ਫਗਵਾੜੇ ਪੜ੍ਹਨ ਲਾਇਆ। ਬੱਸ 'ਚ ਆਉਣਾ, ਆ ਕੇ ਮੈਂ ਨਾਵਲ ਇੱਕ ਖਰੀਦਣਾ, ਜਸੂਸੀ ਕਿਸਮ ਦੇ ਨਾਵਲ ਪੜ੍ਹਦਾ ਸੀ। ਉਹ ਜਿਹੜੇ S.C. ਬੇਦੀ ਦੇ ਨਾਵਲ ਹੁੰਦੇ ਸੀ, ਉਹ ਜਸੂਸੀ ਨਾਵਲ, ਉਹਦੇ 'ਚ 2 ਕਰੈਕਟਰ ਹੁੰਦੇ ਸੀ, ਰਾਜਨ ਇਕਬਾਲ, ਇੱਕ ਵੇਦ ਪ੍ਰਕਾਸ਼ ਸ਼ਰਮਾ ਦੇ ਜਸੂਸੀ ਨਾਵਲ। ਸਵੇਰੇ 20 ਪੈਸੇ ਦੇ ਕੇ ਮੈਂ ਬੁੱਕ ਸਟਾਲ ਤੋਂ ਲੈਣਾ ਇੱਕ ਨਾਵਲ, ਪਾਰਕਾਂ 'ਚ ਬੈਠ ਕੇ ਪੜ੍ਹ ਕੇ ਆ ਜਾਣਾ, ਦੇ ਕੇ ਵਾਪਸ ਉਹਨੂੰ। ਸੋ ਇਹ ਸਾਰਾ ਕੁਝ ਕਰਦਾ ਰਿਹਾ। ਸਾਰਾ ਸਾਲ ਸਕੂਲ ਨਹੀਂ ਗਿਆ, ਨਾ ਕੱਟਿਆ ਗਿਆ, ਤੇ ਘਰਦਿਆਂ ਨੂੰ ਪਤਾ ਲੱਗਾ, ਉਹਨਾਂ ਨੇ ਫਿਰ ਹਟਾ ਲਿਆ, ਤੇ ਫਿਰ ਪਿੰਡ ਦੇ ਸਕੂਲ 'ਚ ਪਾਇਆ। ਮੈਂ 6ਵੀਂ 'ਚ ਆ ਕੇ ਪੰਜਾਬੀ ਸਿੱਖੀ ਹੈ। ਅੱਛਾ ਜੀ। ਬਹੁਤ ਸਟਰਗਲ ਸੀ ਜੀਵਨ ਦੇ ਵਿੱਚ ਵੀ ਸਟਰਗਲ। ਹੁਣ ਮੈਂ ਜੇ ਇੱਕ ਘਟਨਾ ਤੁਹਾਨੂੰ ਦੱਸਾਂ ਵੀ, ਮੇਰੇ ਤਾਏ ਜੀ ਰਹਿੰਦੇ ਸੀ ਲੁਧਿਆਣੇ। ਅੱਛਾ ਜੀ। ਹੁਣ ਸ਼ਹਿਰਾਂ ਵਾਲੇ ਜਿਹੜੇ ਰਹਿੰਦੇ ਆ, ਪਿੰਡ ਵਾਲਿਆਂ ਦੀ ਹਾਲਤ ਹੋ ਰਿਹਾ, ਸ਼ਹਿਰਾਂ 'ਚ ਥੋੜ੍ਹੀ ਬੈਟਰ ਹਾਲਤ ਹੋ ਜਾਂਦੀ ਹੈ। ਉਹ ਤਾਈ ਦਾ ਲੜਕਾ ਆਇਆ ਘਰ, ਜਾਣ ਲੱਗਾ, ਮੈਨੂੰ ਦਸੀ ਦੇ ਗਿਆ, 10 ਪੈਸੇ ਦਾ ਸਿੱਕਾ। 10 ਪੈਸੇ ਦਾ ਸਿੱਕਾ। ਮੈਂ ਉਹ 10 ਪੈਸੇ ਦਾ ਸਿੱਕਾ ਲੈ ਕੇ ਰੂਪ ਦੀ ਹੱਟੀ ਵੱਲ ਨੂੰ ਭੱਜ ਰਿਹਾ ਵੀ ਮੈਂ ਕੁਛ ਲੈ ਲਵਾਂ। ਸਾਡੇ ਘਰ ਦੇ ਨੇੜੇ ਰੂਪ ਦੀ ਹੱਟੀ ਸੀਗੀ ਕਰਿਆਨੇ ਦੀ। ਪਿੱਛੇ ਮੇਰੀ ਮਾਂ ਭੱਜ ਰਹੀ ਆ,
ਰੌਲਾ ਪਾ ਰਹੀ ਹੈ ਵੀ ਕਾਕੇ ਖਰਚੀ ਨਾ ਆਪਾਂ ਨੂੰ ਚਾਹੀਦੀ ਹੈ ਘਰ ਦੇ ਵਿੱਚ। ਇਸ ਤਰ੍ਹਾਂ ਦੇ ਹਾਲਾਤ ਸੀ। ਜਾਂ ਤੁਸੀਂ ਇਹ ਕਹਿ ਲਓ ਵੀ ਅਸੀਂ ਤਾਂ ਟੁਕੜਿਆਂ ਤੇ ਪਾਉਣ ਵਾਲੇ ਲੋਕ ਰਹੇ ਆ। ਇਹਦਾ ਮਤਲਬ ਕੀ ਆ ਟੁਕੜਿਆਂ ਤੇ ਪਾਉਣ ਵਾਲੇ? ਸਾਡੇ ਦੁਆਬੇ ਦੇ ਵਿੱਚ ਜਦੋਂ ਵਿਆਹ ਹੁੰਦੇ ਆ ਜਾਂ ਲੰਗਰ ਲੱਗਦੇ ਆ ਤੇ ਉਸ ਤੋਂ ਬਾਅਦ ਜਿਹੜੇ ਵੱਡੇ ਵੱਡੇ ਫੁਲਕੇ ਹੁੰਦੇ ਆ ਨਾ ਉਹ ਲੈ ਜਾਂਦੇ ਆ ਘਰਾਂ 'ਚੋਂ ਸੁਕਾ ਲੈਂਦੇ ਆ। ਸੁਕਾਉਣ ਤੋਂ ਬਾਅਦ ਉਹ ਗੁੜ 'ਚ ਦਿੰਦੇ ਆ, ਉਹਨੂੰ ਟੁਕੜੇ ਕਿਹਾ ਜਾਂਦਾ। ਮੈਨੂੰ ਧਿਆਨ ਹੈ, ਅਸੀਂ ਵੀ ਰੋਟੀ ਖਾਂਦੇ ਰਹੇ ਹਾਂ। ਹਾਂ, ਉਹ ਸਾਡੇ ਲਈ ਸਵੀਡਿਸ਼ ਹੈ। ਮੈਂ ਕਹਿੰਦਾ ਤੁਹਾਨੂੰ ਯਾਦ ਹੋਣਾ ਗੋਗਲੇ ਹੁੰਦੇ ਸੀ ਨਾ ਵਿਆਹਾਂ ਨੂੰ, ਗੋਗਲੇ ਅਸੀਂ ਤਾਂ ਗੋਗਲੇ ਕੁੱਟ ਕੇ ਉਹਨਾਂ ਦੀ ਸਬਜ਼ੀ ਬਣਾ ਕੇ ਰੋਟੀ ਖਾਂਦੇ ਸੀ। ਆਪਾਂ ਸਾਰਿਆਂ ਨੇ ਲਗਭਗ ਇੱਕੋ ਜਿਹਾ ਜੀਵਨ ਬਿਤਾਇਆ। ਮੈਂ ਨੰਗੇ ਪੈਰਾਂ ਦਾ ਜੀਵਨ ਕਹਿ ਲਓ ਵੀ ਹਨਾ, ਜਿਹੜਾ ਤੁਸੀਂ ਸਫ਼ਰ ਦੀ ਗੱਲ ਕਰ ਰਹੇ ਹੋ, ਸਫ਼ਰ ਨੰਗੇ ਪੈਰਾਂ ਨਾਲ ਹੀ ਹੁਣ ਤੱਕ ਇੱਥੇ ਤੱਕ ਕੀਤਾ। ਜਦੋਂ ਮੈਂ ਚੰਡੀਗੜ੍ਹ ਆਇਆ ਪਹਿਲੀ ਵਾਰ, ਦੇਸ਼ ਸੇਵਕ ਅਖਬਾਰ ਜਦੋਂ ਮੈਂ ਜੁਆਇਨ ਕੀਤੀ ਹੈ। ਇਹ ਫਿਰ ਬਹਾਨਾ ਕਿਵੇਂ ਬਣਿਆ ਪਿੰਡੋਂ ਚੰਡੀਗੜ੍ਹ? ਮੈਂ ਦੱਸ ਦਿੰਦਾ, ਇਹ ਮੇਰੇ ਪੱਤਰਕਾਰੀ ਦਾ ਜੀਵਨ ਇੱਦਾਂ ਸ਼ੁਰੂ ਹੁੰਦਾ ਵੀ ਮੈਂ ਜਦੋਂ ਫਿਰ 10ਵੀਂ ਔਖਾ ਸੌਖਾ ਕਰ ਗਿਆ। 10ਵੀਂ ਤੋਂ ਬਾਅਦ ਮੇਰੇ ਘਰਦਿਆਂ ਨੂੰ ਨਹੀਂ ਪਤਾ ਵੀ ਇਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਇਨ ਬਿਟਵੀਨ 10ਵੀਂ ਤੋਂ ਬਾਅਦ ਹਾਲਾਤ ਇੱਦਾਂ ਦੇ ਹੋ ਗਏ, ਪੰਜਾਬ ਦੇ ਵਿੱਚ ਦਹਿਸ਼ਤਗਰਦੀ ਦਾ ਦੌਰ ਚੱਲ ਪਿਆ। ਮੈਂ ਫਗਵਾੜੇ ITI ਚਲਾ ਗਿਆ। 1984 ਤੋਂ 86 ਮੈਂ ITI ਕੀਤੀ ਹੈ। ਉਸ ਸਮੇਂ ਦੌਰਾਨ ਮੈਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ 'ਚ ਐਕਟਿਵ ਹੋ ਗਿਆ, ਕਿਉਂਕਿ ਧੱਕੇ ਧੁੱਕੇ ਬਹੁਤ ਖਾਦੇ ਸੀਗੇ। ਇੱਕ ਬਾਗੀ ਸੁਭਾਅ ਤੁਹਾਡਾ ਬਣ ਜਾਂਦਾ ਹੈ, ਤੁਸੀਂ ਕੁਝ ਬਦਲਣਾ ਚਾਹੁੰਦੇ ਹੋ। ਸਕੂਲ 'ਚ ਰਹਿੰਦੇ ਆ ਮੈਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਮੈਂਬਰ ਬਣ ਗਿਆ ਸੀ, ਤੇ ਫਗਵਾੜੇ ਆ ਕੇ ਮੈਂ ਇੱਕ ਲੀਡਰ ਬਣ ਗਿਆ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ। SFI ਬਹੁਤ ਵੱਡੀ ਜਥੇਬੰਦੀ ਹੁੰਦੀ ਸੀ, ਅੱਜ ਵੀ ਹੈਗੀ ਆ। ਉਦੋਂ ਟਕਰਾਅ ਸੀ, ਇੱਕ ਟਕਰਾਅ ਸਟੂਡੈਂਟ ਫੈਡਰੇਸ਼ਨ ਤੇ SFI ਦਾ ਟਕਰਾਅ। ਹਾਂਜੀ, SFI ਹੁੰਦੀ ਸੀ। ਉਸ ਟਕਰਾਅ ਦੇ ਵਿੱਚ ਮੈਂ ਕੰਮ ਕਰਦਿਆਂ ਨਾ ਜਿਹੜੇ ਪ੍ਰੈਸ ਨੋਟ ਹੁੰਦੇ ਸੀ ਜਥੇਬੰਦੀ ਦੀ, ਉਹ ਮੇਰੀ ਡਿਊਟੀ ਲਾ ਦਿੱਤੀ ਗਈ। ਉਹ ਪ੍ਰੈਸ ਨੋਟ ਤੂੰ ਲਿਖਣੇ ਆ। ਉਹ ਪ੍ਰੈਸ ਨੋਟ ਲਿਖਦਾ ਪੱਤਰਕਾਰ ਬਣਿਆ। ਫਿਰ ਮੈਂ ਨਵੇਂ ਜ਼ਮਾਨੇ 'ਚ ਜਗਬਾਣੀ, ਪਹਿਲਾਂ ਪਿੰਡੋਂ ਮੈਂ ਫੀਲਡ 'ਚ ਕੰਮ ਕੀਤਾ, ਫਿਰ ਮੈਂ ਨਵੇਂ ਜ਼ਮਾਨੇ ਚਲਾ ਗਿਆ। ਨਵੇਂ ਜ਼ਮਾਨੇ ਮੈਂ ਉੱਥੇ ਜਾ ਕੇ ਡੈਸਕ ਤੇ ਕੰਮ ਕੀਤਾ ਐਜ਼ ਏ ਸਬ ਐਡੀਟਰ। ਉਹ ਤਾਂ ਹੈ ਪੱਤਰਕਾਰੀ ਦੀ ਨਰਸਰੀ। ਹਾਂ ਬਿਲਕੁਲ, ਤੋਂ ਨਰਸਰੀ ਹੈ। ਉਸ ਤੋਂ ਬਾਅਦ ਜਦੋਂ ਦੇਸ਼ ਸੇਵਕ ਸ਼ੁਰੂ ਹੁੰਦਾ, ਹਾਂਜੀ, ਤਾਂ ਦੇਸ਼ ਸੇਵਕ ਜਦੋਂ ਸ਼ੁਰੂ ਹੁੰਦਾ ਤੇ ਮੈਨੂੰ ਸਪੈਸ਼ਲੀ ਕਾਲ ਕੀਤਾ ਜਾਂਦਾ ਵੀ ਤੁਸੀਂ ਆਓ। ਤੇ ਮੈਂ ਸਰਬਜੀਤ ਕੰਗਣੀਵਾਲ ਅਸੀਂ ਇਕੱਠੇ ਜਲੰਧਰੋਂ ਇੱਥੇ ਆਏ ਆ। ਤੇ ਇੱਥੇ ਆ ਕੇ ਮੈਂ ਦੱਸਣ ਇਹ ਲੱਗਾ ਸੀ, ਜਿਹੜੀ ਤੁਸੀਂ ਪੁੱਛ ਰਹੇ ਹੋ ਗੁੱਡੀ ਕਿੱਦਾਂ ਚੜ੍ਹਦੀ ਜਾਂਦੀ ਆ, ਹਾਲਾਤ ਕੀ ਸੀ। ਜਦੋਂ ਮੈਂ 13 ਨਵੰਬਰ 1995 ਨੂੰ ਪਹਿਲਾ ਕਦਮ ਚੰਡੀਗੜ੍ਹ 'ਚ ਰੱਖਿਆ ਦੇਸ਼ ਸੇਵਕ 'ਚ ਆਉਣ ਲਈ। 1 ਜਨਵਰੀ 1996 ਨੂੰ ਪਹਿਲਾ ਅੰਕ ਆਉਂਦਾ ਦੇਸ਼ ਸੇਵਕ ਦਾ। ਜਦੋਂ ਮੈਂ ਪਹਿਲਾ ਕਦਮ ਰੱਖਿਆ 13 ਨਵੰਬਰ ਨੂੰ, ਜਦੋਂ ਹਾਲੇ ਡੰਮੀ ਛਾਪਦੇ ਸੀ ਅਸੀਂ, ਤਾਂ ਮੈਂ ਜਿਹੜੇ ਸ਼ੂ ਪਾਏ ਹੋਏ ਸੀ ਨਾ, ਉਹ ਮੇਰੇ ਕਿਸੇ ਦੋਸਤ ਦੇ ਸੀ। ਜਰਾਬਾਂ ਅਸੀਂ ਪਾਉਂਦੇ ਨਹੀਂ ਸੀ ਹੁੰਦੇ ਪਿੰਡਾਂ ਵਾਲੇ। ਤੇ ਜਿਹੜੀ ਮੈਂ ਕਮੀਜ਼ ਪਾਈ ਸੀ ਉਹ ਮੇਰੇ ਮਾਸੀ ਦੇ ਮੁੰਡੇ ਸੀ। ਬਣੈਣ ਅਸੀਂ ਪਾਉਂਦੇ ਨਹੀਂ ਸੀ ਪਿੰਡਾਂ ਵਾਲੇ। ਜਿਹੜੀ ਪੈਂਟ ਪਾਈ ਸੀ ਉਹ ਵੀ ਮੇਰੇ ਕਿਸੇ ਦੋਸਤ ਦੀ ਸੀ। ਸਿਰਫ ਮੈਂ, ਤੁਸੀਂ ਇਹ ਕਹਿ ਲਓ ਵੀ ਇੱਕ ਕਿਸਮ ਦਾ ਨੰਗਾ ਹੀ ਚੰਡੀਗੜ੍ਹ 'ਚ ਆਇਆ ਸੀ। ਇਹ ਸਟਰਗਲਿੰਗ ਦੇ ਵਿੱਚੋਂ ਸਾਰਾ ਕੁਝ ਆਇਆ। ਇੱਥੇ ਤੱਕ 2800 ਰੁਪਏ ਤਨਖਾਹ ਸੀ ਦੇਸ਼ ਵਿੱਚ ਜਦੋਂ ਅਸੀਂ ਆਏ। ਕਾਫੀ ਸੀ ਉਸ ਵੇਲੇ, ਕਾਫੀ ਸੀ ਸਾਡੇ ਲਈ। ਮੈਂ ਜਦੋਂ ਜਲੰਧਰ ਨੌਕਰੀ ਸ਼ੁਰੂ ਕੀਤੀ ਆ ਜੀ, ਮੇਰੀ ਤਨਖਾਹ 416 ਰੁਪਏ ਸੀ ਜੀ। ਮੇਰੀ ਪਹਿਲੀ ਨੌਕਰੀ ਜਿਹੜੀ ਨਵੇਂ ਜ਼ਮਾਨੇ ਦੀ ਆ ਉਹ 700 ਸੀ ਤਨਖਾਹ ਉਹਦੀ। ਮੇਰੀ 700। ਤੁਸੀਂ ਜਿਵੇਂ ਗੱਲ ਕੀਤੀ ਪੈਂਟ ਦੀ ਨਾ ਮੰਗ ਕੇ ਪਾਉਣ ਵਾਲੀ, ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ। ਮੇਰਾ ਵੀ ਇੱਕ ਬ੍ਰਦਰ ਮੇਰੇ ਤੋਂ ਵੱਡਾ ਜੀ, ਅਮਰੀਕ ਜੀ, ਨਹੀਂ ਉਹ ਤੋਂ ਛੋਟਾ ਆ, ਉਹ ਜਲੰਧਰ ਪ੍ਰੋਫੈਸਰ ਸੀ APJ ਵਿੱਚ। ਅੱਛਾ ਜੀ। ਉਹ ਕਿਤੇ ਪਟਿਆਲੇ ਕੰਮ ਭੇਜਿਆ। ਹਾਂਜੀ। ਉਹ ਸਾਡੇ ਮਦਰ ਨੇ ਗੁਆਂਢੀਆਂ ਦੀ ਪੈਂਟ ਮੰਗ ਕੇ ਉਹਨੂੰ ਦਿੱਤੀ ਕਿ ਤੂੰ ਪਾ ਕੇ ਲੈ ਜਾ। ਹਾਂਜੀ। ਉਹ ਚਿੱਠੀ ਚਾਠੀ ਤਾਂ ਕਦੇ ਆਉਂਦੀ ਸੀ, ਫੋਨ ਤਾਂ ਹੁੰਦੇ ਨਹੀਂ ਸੀਗੇ। ਉਹ ਬ੍ਰਦਰ ਮੇਰਾ 3 ਦਿਨ ਲਈ ਗਿਆ, 5-6 ਦਿਨ ਆਇਆ ਨਾ। ਮੇਰੀ ਮਦਰ ਤਾਂ ਰੋਵੇ ਇਸ ਗੱਲ ਨੂੰ ਕਿ ਮੁੰਡਾ ਗਵਾਚ ਗਿਆ। ਜਿਹਨਾਂ ਦੀ ਪੈਂਟ ਲਈ ਸੀ ਉਹ ਇਸ ਗੱਲ, ਸਾਡੀ ਪੈਂਟ ਸੀ ਉਹ ਵੀ ਲੈ ਗਿਆ। ਸੋ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਸੀ ਜੀ। ਬਿਲਕੁਲ ਬਿਲਕੁਲ ਇਸੇ ਤਰ੍ਹਾਂ ਦੇ ਹਾਲਾਤ ਸਾਰੇ ਅਸੀਂ ਗੁਜ਼ਰੇ ਆ। ਦੇਖੋ ਹੁਣ ਵੀ ਦੇਖਣ ਨੂੰ ਸਾਨੂੰ ਲੱਗਦਾ ਹੈ ਵੀ ਸ਼ਾਇਦ ਬਹੁਤ ਕੁਝ ਬਦਲ ਗਿਆ, ਪਰ ਜੇ ਤੁਸੀਂ ਰਿਐਲਿਟੀ 'ਚ ਜਾਣਾ ਹੋਵੇ ਤਾਂ ਹੋ ਸਕਦਾ ਕੱਪੜਾ ਪਾਉਣ ਦਾ ਜਿਹੜਾ ਸਾਡੀ ਦਿੱਖ ਪੱਖ ਸੁਧਰ ਗਈ ਹੋਵੇ, ਪਰ ਜੇ ਤੁਸੀਂ ਇਕੋਨਮੀ ਦੇਖਣੀ ਹੋਵੇ ਤਾਂ ਬਹੁਤ ਬੁਰੀ ਹਾਲਤ ਹੈ। ਖਾਸ ਤੌਰ ਤੇ ਲੋਅਰ ਮਿਡਲ ਤੇ ਮਿਡਲ ਦੀ। ਜਿਹੜਾ ਗਰੀਬ ਬੰਦਾ ਹੈ ਨਾ, ਉਹ ਤਾਂ ਫਿਰ ਵੀ ਉਹਨੂੰ ਪਤਾ ਹੈ, ਉਹਦੀ ਤਬੀਅਤ ਦੇ ਵਿੱਚ ਹੈਗਾ ਮੈਂ ਗੁਜ਼ਾਰਾ ਕਿੱਦਾਂ ਕਰਨਾ। ਜਿਹੜਾ ਲੋਅਰ ਮਿਡਲ ਤੇ ਮਿਡਲ ਹੈ ਨਾ, ਆ ਕਰੋਨਾ ਕਾਲ ਨੇ ਇਹ ਸਾਰੀਆਂ ਚੀਜ਼ਾਂ ਸਪਸ਼ਟ ਕੀਤੀਆਂ, ਉਹਨਾਂ ਦੀ ਹਾਲਤ ਕਿੰਨੀ ਬੁਰੀ ਹੈ। ਸੋ ਉਹ ਸਾਰੇ ਗੁਜ਼ਰਦੇ ਨੇ, ਕੋਈ ਲੋਕਾਰ ਗੱਲ ਨਹੀਂ ਹੈ। ਤੁਸੀਂ ਵੀ ਗੁਜ਼ਰੇ, ਅਸੀਂ ਵੀ ਗੁਜ਼ਰੇ ਹਾਂ, ਪਰ ਇਹ ਹੈ ਵੀ ਉਹਦੇ ਤੋਂ ਸਿੱਖਦੇ ਕੀ ਆ ਤੁਸੀਂ। ਤੁਸੀਂ ਉਹ ਜੋ ਕੁਝ ਤੁਹਾਡੇ ਨਾਲ ਹੋ ਰਿਹਾ, ਬੀਤ ਰਿਹਾ, ਉਹਦੇ ਤੋਂ ਸਟਰੋਂਗ ਹੋ ਕੇ ਨਿਕਲਦੇ ਆ, ਮਜ਼ਬੂਤ ਹੋ ਕੇ ਨਿਕਲਦੇ ਆ, ਜਾਂ ਤੁਸੀਂ ਢੇਰੀ ਢਾ ਲੈਂਦੇ ਟੁੱਟ ਜਾਂਦੇ ਹੋ। ਹਾਂ, ਇਹੀ ਮਾਮਲਾ। ਫਿਰ ਤੁਸੀਂ ਜਿਹੜਾ ਲਿਖਦੇ ਹੋ ਜੀ ਕਵਿਤਾਵਾਂ, ਹੈ ਨਾ, ਥੋੜਾ ਉਹਦੇ ਬਾਰੇ ਦੱਸੋ ਵੀ ਕਿਸ ਤਰ੍ਹਾਂ ਦੀਆਂ। ਪਹਿਲੀ ਕਵਿਤਾ ਮੈਂ 7ਵੀਂ 'ਚ ਜਦੋਂ ਪੜ੍ਹਦਾ ਸੀ ਉਦੋਂ ਲਿਖੀ। ਅੱਛਾ। ਉਹਦਾ ਮੈਂ ਤੁਹਾਨੂੰ ਦੱਸਿਆ ਕਿ ਉਹਦਾ ਬੇਸ ਕਿੱਦਾਂ ਬਣਿਆ।
ਭਾਵੇਂ ਮੈਂ ਉਹ ਨਾਵਲ ਪੜ੍ਹਨੇ ਸ਼ੁਰੂ ਕੀਤੇ, ਚੋਰੀ ਪੜ੍ਹਦਾ ਸੀ। ਉਹ ਨਾਵਲ ਕੋਈ ਬਹੁਤੇ ਸਟੈਂਡਰਡ ਦਾ ਲਿਟਰੇਚਰ ਨਹੀਂ ਹੁੰਦੇ ਜਿਹੜੇ ਬੱਸ ਸਟੈਂਡਾਂ ਤੇ ਵਿਕਦੇ ਹਾਂਜੀ ਹਾਂਜੀ ਹਾਂਜੀ। ਉਹ ਪਪੂਲਰ ਕਿਸਮ ਦਾ ਲਿਟਰੇਚਰ ਉਹਨੂੰ ਕਿਹਾ ਜਾਂਦਾ, ਜਾਂ ਕਹਿ ਲਓ ਵੀ ਅਮਿਤ ਪਾਕਟ ਬੁੱਕਸ ਵਰਗਾ ਲਿਟਰੇਚਰ। ਪਰ ਉਹ ਇੱਕ ਬੇਸ ਬਣਾਉਂਦਾ ਤੁਹਾਨੂੰ, ਫੋਟੋਆਂ ਜਾਂ ਛਾਪ ਕੇ ਹੈ ਨਾ, ਤੇ ਤੁਹਾਨੂੰ ਤੁਹਾਡਾ ਇੱਕ ਬੇਸ ਬਣਾਉਂਦਾ। ਸ਼ੁਰੂ 'ਚ ਸਾਰੇ ਲੋਕ ਇੱਦਾਂ ਕਰਦੇ, ਸ਼ੁਰੂ 'ਚ ਜਿਹੜੇ ਲਿਖਦੇ ਵੀ ਉਹ ਰੋਮਾਂਟਿਕ ਜਿਹਾ ਲਿਖਣਗੇ, ਹੈ ਨਾ ਜੀ। ਤੇ ਜਿੱਦਾਂ ਹਾਣੀ ਇੱਕ ਮੈਗਜ਼ੀਨ ਛਪਦਾ ਸੀ, ਸਮਰਾਟ ਛਪਦਾ ਸੀ, ਉਹਦੇ 'ਚ ਛਪਣਾ ਪਹਿਲਾਂ ਚਾਅ ਬੜਾ ਹੁੰਦਾ ਸੀ ਵੀ ਸਮਰਾਟ ਛਪਿਆ। ਤੇ ਉਹ ਹੁੰਦੀ ਤਾਂ ਹਲਕੀ ਪੱਧਰ ਦੀ ਪੋਇਟਰੀ ਸੀ ਉਹ। ਪਰ ਜਿਹੜੀ ਮੈਂ 7ਵੀਂ 'ਚ ਪਹਿਲੀ ਨਜ਼ਮ ਲਿਖੀ ਉਹਦਾ ਨਾਂ ਸੀ ਮਾਂ। ਅੱਛਾ ਜੀ। ਉਹ ਮੈਂ ਜਾ ਕੇ ਆਪਣੇ ਟੀਚਰ ਜਿਹੜੇ ਸੀਗੇ ਇਸ ਤਰ੍ਹਾਂ ਦੀ ਰੁਚੀ ਰੱਖਦੇ ਸੀ, ਮਾਸਟਰ ਹਰੀਦੱਤ ਸ਼ਰਮਾ ਬਾਅਦ ਸਾਡੇ ਪ੍ਰਿੰਸੀਪਲ ਵੀ ਰਹੇ, ਉਹਨਾਂ ਨੂੰ ਦਿਖਾਈ ਤੇ ਉਹ ਬੜੇ ਖੁਸ਼ ਹੋਏ। ਉਹਦੇ 'ਚ ਕੋਈ ਇੱਦਾਂ ਦੀ ਗੱਲ ਸੀ ਵੀ ਇੱਕ ਮਾਂ ਸਾਰਿਆਂ ਦੀ ਜਿੱਦਾਂ ਹੁੰਦੀ ਹੈ, ਉਹ ਇੱਕ ਸਾਡੀ ਧਰਤੀ ਮਾਂ ਆ। ਸੋ ਇਸ ਤਰ੍ਹਾਂ ਦੀ ਨਜ਼ਮ ਸੀ। ਉਹ ਤੋਂ ਫਿਰ ਸ਼ੁਰੂ ਹੋ ਗਿਆ ਸਾਡੇ ਪਿੰਡ ਸਾਹਿਤ ਸਭਾ ਸੀਗੀ। ਨਾਜਰ ਸਿੰਘ ਤਰਸ ਦਾ ਮੈਂ ਜ਼ਿਕਰ ਕੀਤਾ, ਕਸ਼ਮੀਰਾ ਸਿੰਘ ਮਾਹੀ, ਜੋਗਿੰਦਰ ਮਤਵਾਲਾ ਵਗੈਰਾ, ਉਹਨਾਂ ਨੇ ਸਾਹਿਤ ਸਭਾ ਬਣਾਈ। ਮੈਂ 1986 'ਚ ਜਿਹੜੀ ਸਾਹਿਤ ਸਭਾ ਬਣੀ ਦੁਬਾਰਾ ਸਾਡੇ ਪਿੰਡ, ਉਹਦਾ ਪਹਿਲਾ ਸੈਕਟਰੀ ਸੀ, ਜਨ ਸੈਕਟਰੀ ਗਿਆਨ ਸਿੰਘ ਦੋਸਾਂਝ ਸੀ। ਅੱਛਾ ਜੀ। ਤੇ ਮੈਂ ਸੈਕਟਰੀ ਸੀ। ਫਿਰ ਉਹ ਸਭਾਵਾਂ 'ਚ ਜਾਣਾ ਸ਼ੁਰੂ ਹੋ ਗਿਆ। ਸਾਡੇ ਦਾ ਇੱਕ ਸਭਾਵਾਂ ਦਾ ਕਲਚਰ ਹੈ। ਜਦੋਂ ਕੇਂਦਰੀ ਪੰਜਾਬੀ ਲੇਖ ਸਭਾ ਦਾ ਵੀ ਮੈਂ ਜਨ ਸੈਕਟਰੀ ਰਿਹਾ, ਤੇ ਮੈਂ ਪਹਿਲਾਂ ਐਗਜ਼ੈਕਟਿਵ ਦਾ ਮੈਂਬਰ ਜਿਹੜਾ ਆ ਆਪਣੇ ਪਿੰਡ ਵੱਲੋਂ ਮੈਨੂੰ ਨੋਮੀਨੇਟ ਕੀਤਾ ਸੀ ਉਹਨਾਂ ਨੇ ਕੇਂਦਰੀ ਸਭਾ ਦੇ ਵਿੱਚ। ਉਦੋਂ ਤੋਂ ਮੈਂ ਕੇਂਦਰੀ ਸਭਾ 'ਚ ਵੀ ਐਕਟਿਵ ਹੋਇਆ। ਉਦੋਂ ਹੀ ਬਹੁਤ ਸਾਰੇ ਦੁਨੀਆ ਭਰ ਦੇ ਜਿਹੜੇ ਪੰਜਾਬੀ ਲੇਖਕ ਹੈ ਉਹਨਾਂ ਨਾਲ ਮਿਲਣ ਦਾ ਸਬੱਬ ਬਣਦਾ ਰਿਹਾ, ਤੇ ਪੋਇਟਰੀ ਜਿਹੜੀ ਆ ਉਹ ਅੱਗੇ ਵੱਧਦੀ ਚਲੀ ਗਈ ਜੀ। ਮਤਲਬ ਹੁਣ ਵਧੇਰੇ ਕਰਕੇ ਕਿਸ ਤਰ੍ਹਾਂ ਦੀ ਲਿਖਦੇ ਹੋ? ਦੇਖੋ ਪੋਇਟਰੀ ਮੈਂ ਇਹ ਸਮਝਦਾ ਇਹ ਤੁਹਾਡੀ ਆਈਡੀਓਲੋਜੀ 'ਚ ਚੀਜ਼ਾਂ ਪਈਆਂ ਹੁੰਦੀਆਂ। ਜੇ ਇਸ ਦੁੱਖ ਜਾਂ ਤਕਲੀਫ ਦਾ ਤੁਸੀਂ ਜ਼ਿਕਰ ਕਰਦੇ ਹੋ, ਇਹ ਜੀਵਨ ਜਿਹੜਾ ਆ ਇਹ ਕੁਦਰਤ ਨਹੀਂ ਸਾਨੂੰ ਦੇ ਰਹੀ। ਕੁਦਰਤ ਨੇ ਸਾਰਿਆਂ ਨੂੰ ਇੱਕੋ ਜਿਹਾ ਜੀਵਨ ਦਿੱਤਾ, ਪਰ ਜੇ ਸਾਡੇ ਜੀਵਨ ਵਿੱਚ ਐਡਾ ਵੱਡਾ ਪਾੜਾ ਹੈ, ਜਿਨ੍ਹਾਂ ਮੁਸ਼ਕਲਾਂ ਦਾ ਤੁਸੀਂ ਜ਼ਿਕਰ ਕੀਤਾ, ਮੈਂ ਕੀਤਾ, ਜੇ ਸਾਨੂੰ ਇਹ ਮੁਸ਼ਕਲਾਂ ਫੇਸ ਕਰਨੀਆਂ ਪੈ ਰਹੀਆਂ, ਤੇ ਇਹਦਾ ਮਤਲਬ ਹੈ ਸਾਡੇ ਨਾਲ ਕਿਤੇ ਨਾ ਕਿਤੇ ਧੋਖਾ ਕੀਤਾ ਜਾ ਰਿਹਾ ਜੀ। ਕੁਦਰਤ ਨਾਲ ਵੀ ਧੋਖਾ ਕੀਤਾ ਜਾ ਰਿਹਾ। ਉਹ ਕੌਣ ਕਰ ਰਿਹਾ ਧੋਖਾ? ਉਹ ਧੋਖਾ ਉਹ ਕਰ ਰਿਹਾ ਜਿਹੜੀ ਉਹ ਧਿਰ ਹੈ ਜਿਹੜੀ ਸਦਾ ਤੋਂ ਸਾਡੇ ਤੇ ਰਾਜ ਕਰਦੀ ਆਈ ਹੈ। ਤੇ ਫਿਰ ਲਾਜ਼ਮੀ ਤੌਰ ਦੇ ਉੱਤੇ ਤੁਹਾਡੇ ਵਿਚਾਰਾਂ ਦੇ ਵਿੱਚ ਜੇ ਤੁਸੀਂ ਲੜਦੇ ਹੋ, ਮਤਲਬ ਇੱਕ ਟਕਰਾਅ ਦੇ ਵਿੱਚੋਂ ਨਿਕਲਦੇ ਹੋ, ਤਾਂ ਤੁਹਾਡੇ ਵਿਚਾਰਾਂ ਦੇ ਵਿੱਚ ਇੱਕ ਬਾਗੀਆਨਾ ਸੁਰ ਜਿਹੜੀ ਆ ਜਾਂਦੀ ਹੈ। ਬਾਗੀਆਨਾ ਸੁਰ ਨੂੰ ਜੇ ਤੁਹਾਨੂੰ ਪੋਲੀਟੀਕਲ ਐਟੀਟਿਊਡ ਕੋਈ ਮਿਲਿਆ ਹੋਇਆ, ਵਿਚਾਰਧਾਰਕ ਆਧਾਰ ਕੋਈ ਮਿਲਿਆ ਹੋਇਆ, ਤਾਂ ਫਿਰ ਉਹ ਬਾਗੀਆਨਾ ਸੁਰ ਜਿਹੜੀ ਆ ਸਾਹਿਤ ਦੇ ਵਿੱਚ ਵੀ ਆਉਂਦੀ ਹੈ। ਠੀਕ ਹੈ। ਸੋ ਮੇਰੀ ਨਜ਼ਮ, ਮੇਰੀ ਕਵਿਤਾ ਜਿਹੜੀ ਹੈ, ਜਾਂ ਮੇਰੀ ਕੋਈ ਵੀ ਲਿਖਤ ਜਿਹੜੀ ਹੈ, ਉਹ ਸਟੇਟ ਨੂੰ ਚੈਲੰਜ ਕਰਦੀ ਹੈ, ਸੱਤਾ ਨੂੰ ਚੈਲੰਜ ਕਰਦੀ ਹੈ। ਕਵੀ ਲੇਖਕ ਅੱਜ ਦੀ ਤਰੀਕ ਦੇ ਵਿੱਚ ਉਹੀ ਹੈ ਜਿਹੜਾ ਘੱਟੋ ਘੱਟ ਕਾਮਨ ਮੈਨ ਦੀ ਗੱਲ ਕਰੇ, ਆਮ ਬੰਦੇ ਦੀ ਗੱਲ ਕਰੇ। ਜਿਹੜਾ ਆਮ ਬੰਦੇ ਦੀ ਗੱਲ ਕਰੇਗਾ ਉਹ ਸਟੇਟ ਨੂੰ ਚੁੱਭੇਗਾ, ਕਿਉਂਕਿ ਆਮ ਬੰਦੇ ਦੀ ਹਾਲਤ ਸਟੇਟ ਨੇ ਕੀਤੀ ਹੈ। ਸੋ ਇਸ ਕਰਕੇ ਮੇਰੀ ਪੋਇਟਰੀ ਦੇ ਵਿੱਚ ਵੀ ਉਹੀ ਰੰਗ ਤੁਹਾਨੂੰ ਦੇਖਣ ਨੂੰ ਮਿਲੇਗਾ। ਇਹ ਨਹੀਂ ਕਿ ਅਸੀਂ ਕੋਈ ਰੋਮਾਂਸ ਨਹੀਂ ਕਰਦੇ, ਇਸ਼ਕ ਨਹੀਂ ਕਰਦੇ, ਪਿਆਰ ਨਹੀਂ ਕਰਦੇ, ਪਰ ਅਸੀਂ ਪਿਆਰ ਕਰਦੇ ਹਾਂ ਦਾ ਮਤਲਬ ਇਹ ਹੈ ਕਿ ਅਸੀਂ ਇਸ ਸਾਰੀ ਦੁਨੀਆ ਨੂੰ ਉੱਦਾਂ ਦਾ ਬਣਾਉਣਾ ਚਾਹੁੰਦੇ ਹਾਂ, ਕੁੱਲ ਸੰਸਾਰ ਇੱਕ ਪਰਿਵਾਰ ਦੇਖਣਾ ਚਾਹੁੰਦੇ ਹਾਂ। ਤੇ ਜੇ ਤੁਹਾਡੀ ਲਿਖਤ ਦੇ ਵਿੱਚੋਂ ਉੱਦਾਂ ਦੀ ਧਾਰਾ ਨਾ ਨਿਕਲੇ, ਇਸੇ ਕਰਕੇ ਸਾਡੇ ਆਈਡੀਅਲ ਜਿਹੜੇ ਆ ਡਾਕਟਰ ਜਗਤਾਰ ਹੈ, ਸਾਡੇ ਆਈਡੀਅਲ ਜਿਹੜੇ ਆ ਅਵਤਾਰ ਪਾਸ਼ ਹੈ। ਸੋ ਉਸੇ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਪਸੰਦ ਕਰਦੇ ਹੋ, ਇਸੇ ਕਿਸਮ ਦੀ ਪੋਇਟਰੀ। ਕੋਈ ਇੱਕ ਅੱਧੀ ਚੇਤਿਆਂ 'ਚ ਹੋ ਸਕਦੀ ਹੈ? ਮੈਂ ਤੁਹਾਨੂੰ ਵੈਸੇ ਤਾਂ ਇਹਨਾਂ ਦਿਨਾਂ 'ਚ ਵੀ ਬੜੀ ਮੈਂ ਪੋਇਟਰੀ ਲਿਖੀ ਹੈ, ਖਾਸ ਤੌਰ 'ਤੇ ਨਜ਼ਮ ਲਿਖੀ ਹੈ, ਪਰ ਬੇਸਿਕਲੀ ਮੈਂ ਗਜ਼ਲ ਲਿਖਦਾ। ਤੇ ਗਜ਼ਲ ਦੇ 4 ਸ਼ੇਰ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦਾ ਵੀ ਬੜੀ ਜਰਜਰ ਹੋਈ ਕਿਸ਼ਤੀ। ਅੱਛਾ ਜੀ। ਬੜੀ ਜਰਜਰ ਹੋਈ ਕਿਸ਼ਤੀ ਮਲਾਹ ਸਸਤਾਉਣ ਲੱਗਾ ਹੈ ਜੀ। ਬੜੀ ਜਰਜਰ ਹੋਈ ਕਿਸ਼ਤੀ ਮਲਾਹ ਸਸਤਾਉਣ ਲੱਗਾ ਹੈ, ਸਮੁੰਦਰ ਅੱਜ ਕੱਲ ਮੱਛੀਆਂ ਨੂੰ ਸੁੱਕਣੇ ਪਾਉਣ ਲੱਗਾ ਹੈ। ਅੱਛਾ ਜੀ। ਹੁਣ ਇਹ ਪੋਇਟਰੀ ਜਿਹੜੀ ਹੈ, ਗਜ਼ਲ ਦਾ ਇੱਕ ਮਤਲਾ ਇਹਨੂੰ ਕਹਿੰਦੇ, ਜਿਹੜਾ ਪਹਿਲਾ ਸ਼ੇਰ ਨੂੰ ਮਤਲਾ ਕਹਿੰਦੇ ਆ। ਇਹ ਪੋਇਟਰੀ ਜਿਹੜੀ ਹੈ ਬਿਲਕੁਲ ਸੁਦੀ ਪੋਲੀਟੀਕਲ ਪੋਇਟਰੀ ਹੈ। ਹੁਣ ਇਹ 'ਚ ਜਿਹੜਾ ਸੁਣਨ ਵਾਲਾ ਜਾਂ ਪੜ੍ਹਨ ਵਾਲਾ ਨੂੰ ਪਤਾ ਲੱਗ ਜਾਏਗਾ ਸਮੁੰਦਰ ਕੌਣ ਹੈ ਜਿਹੜਾ ਮੱਛੀਆਂ ਨੂੰ ਸੁੱਕਣੇ ਪਾ ਰਿਹਾ ਹੈ ਨਾ। ਕਿਸ਼ਤੀ ਕਿਉਂ ਜਰਜਰ ਹੋ ਰਹੀ ਹੈ? ਸੋ ਬੜੀ ਜਰਜਰ ਹੋਈ ਕਿਸ਼ਤੀ ਮਲਾਹ ਸਸਤਾਉਣ ਲੱਗਾ ਹੈ, ਸਮੁੰਦਰ ਅੱਜ ਕੱਲ ਮੱਛੀਆਂ ਨੂੰ ਸੁੱਕਣੇ ਪਾਉਣ ਲੱਗਾ ਹੈ। ਤਾਂ ਉਹਦੇ ਸ਼ਬਦਾਂ 'ਚ ਜੁਗਨੂ ਜੀ, ਚਿਣਗ ਤੇ ਸੂਰਜ ਦੇ ਦਾਅਵੇ ਨੇ। ਉਹਦੇ ਸ਼ਬਦਾਂ 'ਚ ਜੁਗਨੂ, ਚਿਣਗ ਤੇ ਸੂਰਜ ਦੇ ਦਾਅਵੇ ਨੇ, ਮਗਰ ਅਮਲਾਂ 'ਚੋਂ ਚਾਨਣ ਦੇ ਰੁੱਖ ਕਟਵਾਉਣ ਲੱਗਾ ਹੈ। ਅੱਛਾ ਜੀ। ਉਹਦੇ ਸ਼ਬਦਾਂ 'ਚ ਜੁਗਨੂ, ਚਿਣਗ ਤੇ ਸੂਰਜ ਦੇ ਦਾਅਵੇ ਨੇ, ਮਗਰ ਅਮਲਾਂ 'ਚੋਂ ਚਾਨਣ ਦੇ ਰੁੱਖ ਕਟਵਾਉਣ ਲੱਗਾ ਹੈ। ਤੋ ਸਜ਼ਾ ਕੈਸੀ ਮਿਲੀ ਸ਼ਬਦਾਂ ਸੁਰਾਂ ਸਾਜਿੰਦਿਆਂ ਨੂੰ ਹੈ ਜੀ। ਸਜ਼ਾ ਕੈਸੀ ਮਿਲੀ ਸ਼ਬਦਾਂ ਸੁਰਾਂ ਸਾਜਿੰਦਿਆਂ ਨੂੰ ਹੈ, ਕਿ ਕੋਇਲਾ ਬੇਦਖਲ ਕਰਕੇ ਹਰ ਇੱਕ ਕਾਂ ਗਾਉਣ ਲੱਗਾ ਹੈ। ਕਿ ਕੋਇਲਾ ਬੇਦਖਲ ਕਰਕੇ ਹਰ ਇੱਕ ਕਾਂ ਗਾਉਣ ਲੱਗਾ ਹੈ। ਤਾਂ ਤੁਸੀਂ ਉੱਚੀ ਨਾ ਬੋਲੋ ਤੇ ਸੁਣੋ ਲਹਿਰਾਂ ਦੀ ਸਰਗੋਸ਼ੀ। ਅੱਛਾ ਜੀ। ਤੁਸੀਂ ਉੱਚੀ ਨਾ ਬੋਲੋ ਤੇ ਸੁਣੋ ਲਹਿਰਾਂ ਦੀ ਸਰਗੋਸ਼ੀ,
कि अद्धी रात है चंद झील अंदर सौन लगा है। अच्छा जी। तो एक शेर है कि ये जाके अपने भाईचारे बारे शेर है, अच्छा जी। कवियां बारे शेर है हाँ जी, हाँ जी। भी ये जाके राजे दे दरबार उसका गीत गाएगा। ठीक है। ਇਹ ਜਾ ਕੇ ਗੋਦੀ ਮੀਡੀਆ। ਜੋ ਮਰਜ਼ੀ ਕਹਿ ਸਕਦੇ ਹੋ ਤੁਸੀਂ, ਬਹੁਤ ਸਾਰੇ ਪੋਇਟ ਵੀ ਇਦਾਂ ਦੇ। हाँ जी, बिल्कुल। ਇਹ ਜਾ ਕੇ ਰਾਜੇ ਦੇ ਦਰਬਾਰ ਉਸ ਦਾ ਗੀਤ ਗਾਏਗਾ, ਕਵੀ ਰਾਜੇ ਦੇ ਖੰਜਰ ਨੂੰ ਜਿਵੇਂ ਲਸ਼ਕਾਉਣ ਲੱਗਾ ਹੈ। ਸੋ ਬੜੀ ਜਰਜਰ ਹੋਈ ਕਿਸ਼ਤੀ ਮਲਾਹ ਸਸਤਾਉਣ ਲੱਗਾ ਹੈ, ਸਮੁੰਦਰ ਅੱਜ ਕੱਲ ਮੱਛੀਆਂ ਨੂੰ ਸੁੱਕਣੇ ਪਾਉਣ ਲੱਗਾ ਹੈ। ਜਰਜਰ ਮੀਨ ਜੇ ਟੁੱਟੀ ਫੁੱਟੀ ਕਹ ਲਈ। ਹਾਂ ਬਿਲਕੁਲ, ਹਾਲਤ ਮਾੜੀ, ਜਿਹਦਾ ਕਿਸ਼ਤੀ ਆ ਇਹਦਾ, ਜਦੋਂ ਮਤਲਬ ਜੇ ਤੁਸੀਂ ਕਿਸ਼ਤੀ ਨੂੰ ਦੇਖਣਾ ਹੋਵੇ ਇੰਨੀ ਬੁਰੀ ਹਾਲਤ ਹੋ ਗਈ ਆ, ਉਹ ਚ ਮੋਰੀਆਂ ਵੀ ਆ, ਲੱਕੜ ਜਿਹੜੀ ਆ ਹੌਲੀ ਹੌਲੀ ਖਿੰਡ ਗਈ ਆ। ਬਿਲਡਿੰਗ ਆਪਾਂ ਕਹਿੰਦੇ ਜਰਜਰ ਹੋ ਗਈ, ਬਿਲਕੁਲ ਤਰੜਾ ਆ ਗਈਆਂ, ਛੱਤ ਬਿਲਕੁਲ ਬਿਲਕੁਲ ਜਿਹੜੀ ਤਬਾਹ ਹੋਣ ਦੇ ਕਿਨਾਰੇ। ਦਸਾਂ ਸੇ ਨੂੰ ਦੱਸਿਓ, ਤੁਸੀਂ ਜਿਹੜੀ ਆਪਣੀ ਛੋਟੇ ਹੁੰਦੇ ਦੀ ਲਾਈਫ ਦੇ ਬਾਰੇ ਥੋੜਾ ਦੱਸਿਆ ਹੈ ਨਾ। ਹਾਂਜੀ। ਤੁਸੀਂ ਇਹ ਵੀ ਕਿਹਾ ਵੀ ਚਲੋ ਸਭ ਦੀ ਕਾਫੀ ਇਸ ਤਰ੍ਹਾਂ ਸਾਡੀ ਪੀੜ੍ਹੀ ਦੀ ਕਹਾਣੀ ਇਸ ਤਰ੍ਹਾਂ ਦੀ ਹੋਈ ਆ, ਤੁਹਾਡੇ ਬੱਚੇ ਜਿਹੜੇ ਆ ਜੀ ਉਹਨਾਂ ਨੇ ਹੋਰ ਲਾਈਫ ਦੇਖਿਆ ਜੀ, ਤੁਸੀਂ ਹੋਰ ਲਾਈਫ ਦੇਖਿਆ। ਜੇ ਮੈਨੂੰ ਮਤਲਬ ਜਿੰਨਾ ਕਿ ਯਾਦ ਆ ਵੀ ਅਸੀਂ ਤਾਂ ਉਹ ਬੋਰੀ ਵਾਲਾ ਝੋਲਾ ਗਲ ਚ ਪਾ ਲੈਂਦੇ ਸੀ। ਬਿਲਕੁਲ ਬਿਲਕੁਲ। ਉਹ ਖਾਕੀ ਨਿੱਕਰ ਹੁੰਦੀ ਸੀ, ਜੀ ਜੀ, ਜੁੱਤੀ ਜਾਤੀ ਤਾਂ ਹੁੰਦੀ ਨਹੀਂ ਸੀ। ਜੀ। ਮੈਨੂੰ ਯਾਦ ਆ ਵੀ ਕਈ ਵਾਰੀ ਜਦੋਂ ਤੁਰਨਾ ਤੇ ਜਿੱਥੇ ਉਹ ਸੜਕ ਪੱਕੀ ਹੋਣੀ, ਲੁੱਕ ਪਿਘਲੀ ਹੋਣੀ, ਉੱਥੇ ਪੈਰ ਰੱਖੋ ਉਹਨਾਂ ਨਾਲੇ ਜੁੜ ਜਾਂਦਾ ਸੀ। ਬਿਲਕੁਲ ਬਿਲਕੁਲ। ਇਹਦੇ ਤੁਸੀਂ ਤੁਹਾਡੇ ਬੱਚੇ ਜਿਹੜੇ ਆ ਤੁਸੀਂ ਤਾਂ ਉਹਨਾਂ ਨੂੰ ਜ਼ਿੰਦਗੀ ਨਹੀਂ ਦਿੱਤੀ ਨਾ, ਤੁਸੀਂ ਮਤਲਬ ਕਿ ਬੱਚਿਆਂ ਦੇ ਬੈਗ ਚੱਕ ਕੇ ਵੀ ਆਪੇ ਸਕੂਲ ਛੱਡ ਜਾਂਦੇ ਹੋਵੋਗੇ। ਜੀ ਸਾਰਾ ਹੋ ਗਿਆ। ਜੀ। ਫਿਰ ਤੁਸੀਂ ਤੁਹਾਡੇ ਵੇਲੇ ਕਿਸੇ ਵੇਲੇ ਮਨ 'ਚ ਕੋਈ ਇਸ ਤਰ੍ਹਾਂ ਦਾ ਖਿਆਲ ਆਉਂਦਾ ਸੀਗਾ ਵੀ ਕੀ ਫਰਕ ਹੈ, ਬੱਚੇ ਮੇਰੇ ਮੈਂ ਕੀ ਦਿੱਤਾ ਤੇ ਮੈਨੂੰ ਕੀ ਮਿਲਿਆ, ਕੁਝ ਇਸ ਤਰ੍ਹਾਂ? ਦੇਖੋ ਇਦਾਂ ਹੈ, ਮੈਂ ਤੁਹਾਨੂੰ ਦੱਸਦਾ ਕਿ ਭਾਵੇਂ ਸਾਡੀ ਪੀੜ੍ਹੀ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀ ਬਹੁਤ ਕੇਅਰ ਵੀ ਕਰ ਰਹੇ ਹਾਂ ਜੀ ਜੀ, ਪਰ ਮੈਨੂੰ ਲੱਗਦਾ ਹੈ ਕਿ ਥੋੜੇ ਬਹੁਤ ਰੂਪ ਬਦਲ ਕੇ ਸੰਕਟ ਜਿਹੜੇ ਆ ਸਾਡੀ ਨਵੀਂ ਪੀੜ੍ਹੀ ਦੇ ਸਾਹਮਣੇ ਵੀ ਖੜੇ ਆ। ਜੀ ਜੀ ਜੀ। ਅਸੀਂ ਕੋਸ਼ਿਸ਼ ਕੀਤੀ ਆ ਵੀ ਸਾਡੇ ਬੱਚੇ ਨੂੰ ਚੰਗੀ ਐਜੂਕੇਸ਼ਨ ਮਿਲ ਜਾਏ, ਜਿੱਦਾਂ ਤੁਸੀਂ ਕਿਹਾ ਕਿ ਬੱਚਿਆਂ ਲਈ ਸਾਰਾ ਕੁਝ ਅਸੀਂ ਕਰਦੇ ਆ, ਕਿਉਂਕਿ ਸਾਡੀ ਮੇਰੇ ਵਿਚਾਰ ਇਸ ਕਿਸਮ ਦੇ ਆ ਵੀ ਸਾਡੀ ਜਿਹੜੀ ਪ੍ਰੋਪਰਟੀ ਹੈ ਜਾਂ ਸਾਡੀ ਜਿਹੜੀ ਦੌਲਤ ਹੈ ਉਹ ਸਾਡੇ ਬੱਚੇ ਆ। ਜੀ ਬਿਲਕੁਲ। ਪਰ ਜੇ ਹੁਣ ਮੈਂ ਤੁਹਾਨੂੰ ਦੱਸਾਂ ਕਿ ਚੈਲੰਜ ਕਿੱਡੇ ਵੱਡੇ ਆ, ਮਤਲਬ ਸਾਡਾ ਐਜੂਕੇਸ਼ਨ ਸਿਸਟਮ ਨੇ ਐਡੇ ਵੱਡੇ ਚੈਲੰਜ ਸਾਡੇ ਸਾਹਮਣੇ ਖੜੇ ਕਰ ਦਿੱਤੇ ਆ ਵੀ ਤੁਸੀਂ ਸੁਖੀ ਹੁੰਦਿਆਂ ਹੋਇਆ ਵੀ, ਸੌਖੇ ਹੁੰਦਿਆਂ ਹੋਇਆ ਵੀ ਜਦੋਂ ਆਪਣੇ ਬੱਚੇ ਨੂੰ ਪੜ੍ਹਾਉਣ ਜਾ ਰਹੇ ਹੋ, ਚੰਗੇ ਸਕੂਲਾਂ 'ਚ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹੋ, ਤੇ ਤੁਹਾਨੂੰ ਉੱਥੇ ਕਿੰਨੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਅਗਰ ਲੈਂਗੁਏਜ ਦਾ ਮਸਲਾ ਆ ਜਾਂਦਾ ਤੁਹਾਡੇ ਸਾਹਮਣੇ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਪੰਜਾਬੀ ਹਾਂ, ਸਾਡਾ ਬੱਚਾ ਪੰਜਾਬੀ ਵੀ ਜ਼ਰੂਰ ਪੰਜਾਬੀ ਦੇ ਨਾਲ ਜੁੜੇ ਰਹਿਣ। ਤੇ ਦੂਜੀ ਗੱਲ ਹੈ ਵੀ ਜੇ ਹੁਣ ਬੱਚਾ ਸਾਡੀ ਤਰੱਕੀ ਕੀ ਹੋਈ ਆ, ਸਾਡੀ ਤਰੱਕੀ ਤੁਹਾਡੀ ਕੀ ਤਰੱਕੀ ਹੋਈ ਆ? ਤੁਸੀਂ ਅੜਾਪੜ ਤੋਂ ਉੱਠ ਕੇ ਚੰਡੀਗੜ੍ਹ ਤੱਕ ਆ ਗਏ, ਤੁਸੀਂ ਹੁਣ ਤੁਹਾਡੀ ਗੁੱਡੀ ਚੜੀ, ਜਿੱਦਾਂ ਕਹਿ ਲਓ, ਜਿੱਦਾਂ ਤੁਹਾਡੇ ਪ੍ਰੋਗਰਾਮ ਦਾ ਨਾਮ ਵੀ ਹੈ, ਮੈਂ ਦੋਸਾਂਝ ਕਲਾਂ ਤੋਂ ਉੱਠ ਕੇ ਆ ਕੇ ਇੱਥੇ ਆ ਗਿਆ। ਸਾਡੇ ਬੱਚੇ ਇੱਥੇ ਨਹੀਂ ਟਿਕੇ ਨਾ, ਸਾਡੇ ਬੱਚੇ ਇੱਥੋਂ ਉੱਠ ਕੇ ਹੁਣ ਕੋਈ ਕੈਨੇਡਾ ਜਾ ਰਿਹਾ, ਕੋਈ ਅਮਰੀਕਾ ਜਾ ਰਿਹਾ। ਹੁਣ ਮੇਰਾ ਬੇਟਾ ਜਿਹੜਾ ਆ ਉਹ ਇਸ ਵੇਲੇ ਨਿਊ ਫਾਊਂਡਲੈਂਡ ਪੜ੍ਹ ਰਿਹਾ, ਡਿਗਰੀ ਕਰ ਰਿਹਾ, ਯੂਨੀਵਰਸਿਟੀ 'ਚ ਕਰ ਰਿਹਾ, ਇੱਦਾਂ ਦੀ ਯੂਨੀਵਰਸਿਟੀ 'ਚ ਕਰ ਰਿਹਾ ਜਿਹੜਾ ਮੇਰਾ ਸੁਪਨਾ ਸੀ ਵੀ ਮੈਂ ਵੀ ਯੂਨੀਵਰਸਿਟੀ 'ਚ ਪੜ੍ਹਾਂ, ਮੈਂ ਨਹੀਂ ਪੜ੍ਹ ਸਕਿਆ। ਪਰ ਯੂਨੀਵਰਸਿਟੀ 'ਚ ਪੜ੍ਹਦਾ ਉਹ ਕੀ ਕਰ ਰਿਹਾ, ਉਹ ਨਾਲ ਆਪਣਾ ਜਿਹੜਾ ਇੱਕ ਆਰਟ ਉਹਦੇ ਖੂਨ 'ਚ ਹੈ ਉਹ ਵੀ ਕਰ ਰਿਹਾ, ਥੀਏਟਰ ਵੀ ਕਰ ਰਿਹਾ, ਸਾਰਾ ਕੁਝ ਕਰ ਰਿਹਾ, ਪਰ ਨਾਲ ਦੀ ਨਾਲ ਜੌਬ ਵੀ ਕਰ ਰਿਹਾ। ਉੱਥੇ ਉਹ ਸਾਰਾ ਕੁਝ ਉਹ ਫੇਸ ਕਰ ਰਿਹਾ ਨਾ। ਮਤਲਬ ਹਲੇ ਉਹਦੀ ਉਮਰ ਜਦੋਂ 18 ਸਾਲ ਦਾ ਗਿਆ, 19ਵੇਂ ਸਾਲ 'ਚ ਜਾਂਦੇ ਹੀ ਉਹ ਪੜ੍ਹ ਵੀ ਰਿਹਾ ਤੇ ਨਾਲ ਉਹ ਸਾਰੀ ਜਿਹੜੀ ਲੇਬਰ ਦੇ ਕੰਮ ਹੈ ਉਹ ਵੀ ਕਰ ਰਿਹਾ। ਉਹਨੂੰ ਵੀ ਤਾਂ ਉਹੀ ਕੁਝ ਫੇਸ ਕਰਨਾ ਪੈ ਰਿਹਾ। ਹਾਲਾਤ ਕੋਈ ਬਹੁਤੇ ਬਦਲੇ ਨਹੀਂ ਹੈ। ਉਹਦੀ ਸਟਰਗਲ ਜਿਹੜੀ ਉਸ ਕਿਸਮ ਦੀ ਆ, ਸਾਡੀ ਸਟਰਗਲ ਹੋਰ ਕਿਸਮ ਦੀ ਸੀਗੀ। ਬਿਲਕੁਲ ਠੀਕ ਹੈ। ਸੋ ਮਨ 'ਚ ਤਾਂ ਇਹ ਜ਼ਰੂਰ ਆਉਂਦਾ ਵੀ ਇਹ ਸਥਿਤੀਆਂ ਕਿਉਂ ਆ, ਮੇਰੇ ਬੱਚੇ ਨੂੰ ਆਪਣਾ ਮੁਲਕ ਛੱਡ ਕੇ ਜਾਣ ਦੀ ਲੋੜ ਹੀ ਕਿਉਂ ਪਈ? ਠੀਕ ਹੈ। ਕਿਉਂ ਲੋੜ ਪਈ? ਇਹਦਾ ਮਤਲਬ ਹੈ ਕਿ ਸਿਸਟਮ ਨੇ ਸਾਨੂੰ ਮਜਬੂਰ ਕੀਤਾ ਹੋਇਆ। ਜਾਂ ਮੇਰਾ ਬੱਚਾ ਪ੍ਰਾਈਵੇਟ ਸਕੂਲ 'ਚ ਕਿਉਂ ਪੜ੍ਹ ਰਿਹਾ? ਮੇਰਾ ਬੱਚਾ ਇੱਥੇ ਕਿਸੇ ਵੱਡੇ ਪ੍ਰਾਈਵੇਟ ਸਕੂਲ 'ਚ ਪੜ੍ਹਦਾ, ਜੇ ਮੈਂ 4 ਪੈਸੇ ਦੀ ਫੀਸ ਦੇ ਸਕਦਾ ਮੈਂ ਪੜ੍ਹਾ ਰਿਹਾ। ਬਿਲਕੁਲ ਠੀਕ ਹੈ। ਪਰ ਜਿਹੜਾ ਨਹੀਂ ਫੀਸ ਦੇ ਸਕਦਾ ਉਹ ਕੀ ਕਰੇ? ਜੇ ਮੈਂ ਆਪਣੇ ਬੱਚੇ ਨੂੰ ਪੜ੍ਹਾ ਰਿਹਾ ਪ੍ਰਾਈਵੇਟ ਸਕੂਲ ਦੇ ਵਿੱਚ, ਮੈਂ ਸਰਕਾਰੀ ਸਕੂਲ 'ਚ ਕਿਉਂ ਨਹੀਂ ਪੜ੍ਹਾ ਪਾ ਰਿਹਾ? ਠੀਕ ਹੈ। ਇਸੇ ਕਰਕੇ ਮੇਰਾ ਸਵਾਲ ਹੈ ਵੀ ਬੱਚੇ ਜਿਹੜੇ ਆ 1.5-2 ਲੱਖ ਬੱਚੇ ਜਿਹੜੇ ਆ, ਜਿਹ 'ਚ ਮੇਰਾ ਬੇਟਾ ਵੀ ਸ਼ਾਮਲ ਹੈ, ਅਗਲੇ ਸਾਲ ਮੇਰੀ ਬੇਟੀ ਨੇ ਵੀ ਚੱਲ ਜਾਣਾ, ਉਹ ਹਿੰਦੁਸਤਾਨ 'ਚ ਰਹਿਣ ਨੂੰ ਪ੍ਰੈਫਰ ਕਿਉਂ ਨਹੀਂ ਕਰ ਰਹੇ? ਇਹਦਾ ਮਤਲਬ ਹੈ ਕਿ ਉਹ ਸੰਕਟ ਜਿਹੜਾ ਸਾਡਾ ਕਿਸੇ ਵੱਖਰੇ ਰੂਪ ਸੀ ਸਾਡੇ ਪਿੰਡ ਦੇ ਵਿੱਚ, ਉਹ ਚੰਡੀਗੜ੍ਹ ਦੇ ਵਿੱਚ ਵੀ ਉਹੀ ਸੰਕਟ ਹੈ। ਠੀਕ ਹੈ, ਰੂਪ ਬਦਲ ਗਿਆ। ਬਿਲਕੁਲ ਬਦਲ ਗਿਆ। ਤੁਸੀਂ ਇੱਕ ਮੈਗਜ਼ੀਨ ਦੇ ਸੰਪਾਦਕ ਵੀ ਹੋ ਲੰਮੇ ਦਹਾਕਿਆਂ ਤੋਂ, ਹੈ ਨਾ, ਆਪ ਵੀ ਕਵਿਤਾ ਲਿਖਦੇ ਹੋ। ਇੱਕ ਕਈ ਵਾਰੀ ਇਹ ਕਿਹਾ ਜਾਂਦਾ ਕਿ ਜਿਹੜਾ ਹੁਣ ਦਾ ਸਾਹਿਤ ਆ ਉਹਦੀ ਰਚਨਾ ਉਨੀ ਮਿਆਰੀ ਨਹੀਂ ਹੈ ਜਿੰਨਾ ਪਹਿਲਾਂ ਸੀਗਾ। ਤੁਸੀਂ ਪਹਿਲਾਂ ਗੱਲ ਤਾਂ ਤੁਸੀਂ ਨਾਂ ਵੀ ਲੈਤਾ ਮੈਗਜ਼ੀਨ ਦਾ, ਸਾਡੇ ਦਾ ਹੁਣ ਨਾਂ ਵੀ ਹੋਣਾ ਹੀ ਆ। ਤੁਸੀਂ ਕਿਹਾ ਹੁਣ ਦਾ ਸਾਹਿਤ ਜਿਹੜਾ ਆ, ਇਹ ਮੈਗਜ਼ੀਨ ਦਾ ਨਾਂ ਵੀ ਹੋਣਾ ਹੈ। 15 ਸਾਲ ਤੁਸੀਂ ਕੱਢ ਰਹੇ। ਅਵਤਾਰ ਜੰਡਿਆਲ ਵੀ ਉਹਦੇ ਫਾਊਂਡਰ ਐਡੀਟਰ ਸੀ, ਮੈਂ ਨਾਲ ਸੀ ਉਹਨਾਂ ਦੇ। ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਇਹ ਉਲੰਭ ਹੈ ਨਾ,
ਇਹ ਉਲਾਂਭਾ ਆਮ ਹੀ ਬਣ ਜਾਂਦਾ ਵੀ ਦੋ ਉਲਾਂਭੇ ਆ। ਇੱਕ ਤਾਂ ਉਲਾਂਭਾ ਇਹ ਹੈ ਕਿ ਲਓ ਜੀ ਪਾਠਕ ਹੈ ਨਹੀਂ, ਦੂਜਾ ਉਲਾਂਭਾ ਇਹ ਆ ਵੀ ਜਿਹੜਾ ਅੱਜ ਜਿਹੜਾ ਲਿਟਰੇਚਰ ਹੈ ਨਾ ਉਹਦਾ ਉਹ ਸਟੈਂਡਰਡ ਨਹੀਂ ਹੈਗਾ ਜਿਹੜਾ ਕਿਸੇ ਵੇਲੇ ਹੁੰਦਾ ਸੀ। ਇਹ ਦੋਨੋਂ ਉਲਾਂਭੇ ਜਿਹੜੇ ਆ ਨਾ ਇਹ ਲੌਜੀਕਲ ਨਹੀਂ ਹੈ, ਲੌਜੀਕਲ ਨਹੀਂ ਹੈ ਜੀ। ਦੋਨਾਂ ਦੀ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਵੀ ਜਦੋਂ ਤੁਸੀਂ ਲੋਕਾਂ ਦੇ ਹਾਣ ਦਾ ਜੋ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਦੇਣ ਦੀ ਸਮਰੱਥਾ ਰੱਖਦਾ ਹੋਏਗਾ ਉਹ ਚੀਜ਼ ਸਾਹਿਤਕ ਰੂਪ ਚ ਦਿਓਗੇ ਜੀ, ਸਪਾਟ ਰੂਪ ਚ ਨਹੀਂ ਜੀ ਜੀ, ਸਾਹਿਤਕ ਰੂਪ ਦੇ ਵਿੱਚ ਤੇ ਲੋਕ ਜ਼ੁਬਾਨ ਚ ਦਓਗੇ, ਲੋਕ ਭਾਸ਼ਾ ਚ ਦਓਗੇ। ਔਖੀ ਭਾਸ਼ਾ ਨਹੀਂ ਔਖੀ, ਸਾਡੇ ਵਿਦਵਾਨਾਂ ਨੇ ਪੰਜਾਬੀ ਦਾ ਬਹੁਤ ਨੁਕਸਾਨ ਕੀਤਾ, ਸੋਕਾਰ ਵਿਦਵਾਨ ਸਾਰੇ ਨਹੀਂ ਮੈਂ ਕਹਿੰਦਾ, ਜਿਹੜੇ ਵੀ ਆ ਇਹਨਾਂ ਨੇ ਬੜਾ ਨੁਕਸਾਨ ਕੀਤਾ। ਸੋ ਉਹ ਫਿਰ ਲੋਕ ਪੜ੍ਹਦੇ ਆ। ਇਹਦੀ ਮਿਸਾਲ ਇਹ ਹੈ ਕਿ ਤੁਸੀਂ ਆ ਜਿਹੜੇ ਪੁਸਤਕ ਮੇਲੇ ਲੱਗਦੇ ਆ ਨਾ ਜੀ, ਗਦਰੀ ਬਾਬਿਆਂ ਦਾ ਮੇਲਾ ਲੱਗਦਾ ਜਲੰਧਰ ਦੇ ਵਿੱਚ, ਬਠਿੰਡੇ 'ਚ ਹਰ ਸਾਲ 2 ਵਾਰੀ ਵੱਡੇ ਪੁਸਤਕ ਮੇਲੇ ਲੱਗਦੇ ਆ, 50-50 ਲੱਖ ਦੀਆਂ ਕਿਤਾਬਾਂ ਵਿਕ ਜਾਂਦੀਆਂ। ਜੇ ਲੋਕ ਪੜ੍ਹਦੇ ਆ ਤਾਂ ਹੀ ਖਰੀਦਦੇ ਆ ਨਾ। ਠੀਕ ਹੈ। ਤੇ ਹੁਣ ਨੇ ਵੀ ਜਿਹੜਾ ਇਹ ਕਲਚਰ ਜਿਹੜਾ ਆ ਫ੍ਰੀ ਕਲਚਰ ਤੋੜਿਆ ਹੁਣ ਮੈਗਜ਼ੀਨ ਨੇ, ਜਿਹੜਾ ਮੈਂ ਸੰਪਾਦਕ ਹੈ, ਅਸੀਂ ਕਿਸੇ ਨੂੰ ਮੁਫਤ ਨਹੀਂ ਦਿੰਦੇ ਤੇ 10,000 ਮੈਗਜ਼ੀਨ ਛਾਪਦੇ ਆ, ਹੱਥੋਂ ਹੱਥੀ ਵਿਕ ਜਾਂਦਾ। ਠੀਕ ਹੈ। ਇਹਦਾ ਮਤਲਬ ਲੋਕ ਪੜ੍ਹ ਰਹੇ ਆ। ਜਿਹੜੇ ਇਹ ਲਾਂਭਾ ਦਿੰਦੇ ਆ ਵੀ ਇਹਦੇ ਲੋਕ ਤਾਂ ਪੜ੍ਹਦੇ ਨਹੀਂ, ਇਹਦਾ ਮਤਲਬ ਆ ਉਹ ਖੁਦ ਨਾਕਾਮਯਾਬ ਲੋਕ ਨੇ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਵੀ ਅੱਜ ਦਾ ਸਾਹਿਤ ਜਿਹੜਾ ਹੈ ਨਾ ਜੀ, ਕਿਹਾ ਜਾਂਦਾ, ਤੁਸੀਂ ਆਪਣੇ ਵੱਲੋਂ ਨਹੀਂ ਕਿਹਾ ਜਾਂਦਾ, ਮਤਲਬ ਵੀ ਉਹ ਮਿਆਰ ਨਹੀਂ ਹੈਗਾ। ਜੇ ਉਹ ਮਿਆਰ ਨਹੀਂ ਹੈ ਤਾਂ ਫਿਰ ਅੱਜ ਜਦੋਂ ਅਸੀਂ ਦੇਖਦੇ ਹਾਂ ਦੁਨੀਆ ਭਰ ਦੇ ਲਿਟਰੇਚਰ ਨੂੰ, ਤਾਂ ਹਿੰਦੁਸਤਾਨ ਦਾ ਲਿਟਰੇਚਰ ਜਾਂ ਪੰਜਾਬੀ ਦਾ ਲਿਟਰੇਚਰ ਜਿਹੜਾ ਫਿਰ ਉਹ ਦੁਨੀਆ ਦੇ ਲਿਟਰੇਚਰ ਨਾਲ ਵੜ ਨਹੀਂ ਸੀ ਮੇਚ ਸਕਦਾ। ਸਾਡੇ ਕੋਲ ਐਡੇ ਵੱਡੇ ਵੱਡੇ ਲੇਖਕ ਆ, ਹੁਣੇ ਗੁਰਦੇਵ ਰਪਾਣਾ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਦਾ ਅਨਾਉਂਸ ਹੋਇਆ। ਸਾਡੇ ਕੋਲ ਚੰਡੀਗੜ੍ਹ ਕਿੱਡੇ ਵੱਡੇ ਵੱਡੇ ਮੋਹਨ ਭੰਡਾਰੀ ਦੀ ਜਿਹੜੀ ਕਲਾਸਿਕ ਕਹਾਣੀ ਆ ਮੈਨੂੰ ਟੈਗੋਰ ਬਣਾ ਦੇ ਮਾਂ, ਉਹ ਕਹਾਣੀ ਤੁਸੀਂ ਵੀ ਪੜ੍ਹੀ ਹੈ, ਸਕੂਲ ਦੇ ਸਿਲੇਬਸ 'ਚ ਹੁੰਦੀ ਸੀ, ਅਸੀਂ ਵੀ ਪੜ੍ਹੀ ਹੈ। ਉਹ ਦੁਨੀਆ ਦੀ ਕਹਾਣੀ ਨਾਲ ਵੜ ਮੇਚਦੀ ਹੈ। ਮਤਲਬ ਨਵੇਂ ਮੁੰਡੇ ਬਹੁਤ ਆ, ਜਿਹੜਾ ਜਤਿੰਦਰ ਹਾਂਸ ਹੈ, ਜੇ ਮੈਂ ਸਟੋਰੀ ਦੀ ਗੱਲ ਕਰਾਂ, ਜਤਿੰਦਰ ਹਾਂਸ ਹੈ, ਬਲਜਿੰਦਰ ਨਸਰਾਲੀ ਹੈ ਨਾ ਜੀ, ਜਸਵੀਰ ਰਾਣਾ ਆ, ਦੀਪ ਦਵਿੰਦਰ ਸਿੰਘ ਹੈ ਅੰਮ੍ਰਿਤਸਰ ਵਾਲਾ। ਪਿੱਛੇ ਸਾਡੇ ਜਨਰਲ ਸਕੱਤਰ ਦੀ ਐਕਸੀਡੈਂਟ ਡੈਥ ਹੋ ਗਈ, ਤਲਵਿੰਦਰ ਸਿੰਘ ਹੁੰਦੇ ਸੀ ਕੇਂਦਰੀ ਪੰਜਾਬੀ ਲੇਖ ਸਭਾ ਦੇ। ਇਹ ਸਾਰੇ ਵੱਡੇ ਲੋਕ ਨੇ, ਵੱਡੇ ਰਾਈਟਰ ਨੇ, ਇਹਨਾਂ ਨੂੰ ਦੁਨੀਆ ਜਾਣਦੀ ਆ। ਸੋ ਸਟੈਂਡਰਡ ਨਹੀਂ। ਦੂਜੀ ਗੱਲ ਹੈ ਵੀ ਮੈਂ ਹੋਰ ਦੱਸਾਂ ਤੁਹਾਨੂੰ ਇੱਕ ਵਿਗਿਆਨਕ ਗੱਲ, ਕਦੀ ਵੀ ਜਿਹੜਾ ਅੱਜ ਹੈ ਨਾ, ਅੱਜ ਜੋ ਲਿਖਿਆ ਜਾ ਰਿਹਾ, ਆਉਣ ਵਾਲਾ ਕੱਲ ਉਹ ਤੋਂ ਬਿਹਤਰ ਹੀ ਲਿਖੇਗਾ। ਅਸੀਂ ਕਿਉਂਕਿ ਅਤੀਤ ਨਾਲ ਜੁੜੇ ਹੋਏ ਆ। ਆਉਣ ਵਾਲੇ ਕੱਲ ਦੇ ਵਿੱਚ ਜਿਹੜੇ ਨਵੇਂ ਚੈਲੰਜ ਹੋਣਗੇ ਲਿਟਰੇਚਰ ਨੇ, ਉਹਨਾਂ ਨੂੰ ਵੰਗਾਰਨਾ ਹੁੰਦਾ। ਲਿਟਰੇਚਰ ਕੋਈ ਸ਼ੁਗਲ ਥੋੜ੍ਹਾ ਆ, ਲਿਟਰੇਚਰ ਕੋਈ ਘੋੜਿਆਂ ਦੀ ਰੇਸ ਵੀ ਹੈ ਨਹੀਂ। ਲਿਟਰੇਚਰ ਤਾਂ ਉਹ ਆ ਜਿਹੜਾ ਲੋਕਾਂ ਦੀ ਗੱਲ ਕਰੇ, ਲੋਕਾਂ ਦੀ ਭਾਸ਼ਾ 'ਚ ਗੱਲ ਕਰੇ, ਤੇ ਉਹ ਹੋ ਰਹੀ ਹੈ। ਸਗੋਂ ਜਿਹੜਾ ਹੋਰ ਕਿਸਮ ਦਾ ਲਿਟਰੇਚਰ ਹੈ ਜਿਹਦੇ 'ਚ ਜ਼ੁਬਾਨ ਦੀ ਪ੍ਰੋਬਲਮ ਹੈ, ਭਾਸ਼ਾ ਦੀ ਹੈ, ਉਹ ਲਿਟਰੇਚਰ, ਉਹਨੂੰ ਮੈਂ ਲਿਟਰੇਚਰ ਹੀ ਨਹੀਂ ਮੰਨਦਾ। ਸੋ ਮੈਨੂੰ ਲੱਗਦਾ ਹੈ ਕਿ ਸਗੋਂ ਨਵੇਂ ਚੈਲੰਜਸ ਨੂੰ ਜਿਹੜਾ ਆ ਬਹੁਤ ਵਧੀਆ ਤਰੀਕੇ ਦੇ ਨਾਲ ਭਾਰਤੀ ਲਿਟਰੇਚਰ ਵੀ ਲੈ ਰਿਹਾ, ਦੁਨੀਆ ਦਾ ਲਿਟਰੇਚਰ ਵੀ ਲੈ ਰਿਹਾ, ਤੇ ਭਾਰਤੀ ਲਿਟਰੇਚਰ ਦੇ ਨਾਲ ਨਾਲ ਪੰਜਾਬੀ ਲਿਟਰੇਚਰ ਵੀ ਲੈ ਰਿਹਾ। ਤੁਸੀਂ ਨਾ ਆਪਣੀ ਗੱਲ 'ਚ 2 ਗੱਲਾਂ ਕੀਤੀਆਂ ਜੀ। ਇੱਕ ਤਾਂ ਇਹ ਕਿ ਜੇ ਕਿਤਾਬਾਂ ਆ ਪੁਸਤਕ ਮੇਲੇ 'ਚ ਬਹੁਤ ਵਿਕ ਰਹੀਆਂ ਹੈ ਨਾ ਜੀ, ਪਰ ਪੰਜਾਬੀ ਦੇ ਕੁਝ ਲੇਖਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪੈਸੇ ਦੇ ਕੇ ਕਿਤਾਬ ਛਪਾਉਣੀ ਪੈਂਦੀ ਆ। ਅੱਛਾ, ਮੈਂ ਇੱਕ ਪਬਲਿਸ਼ਰ ਹੈ, ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ, ਉਹ ਕਹਿੰਦਾ ਵੀ ਮੈਂ 250 ਕਿਤਾਬ ਛਾਪਦਾ, 150 ਕਿਤਾਬ ਛਾਪਦਾ। ਫਿਰ ਇਹਦਾ ਮਤਲਬ ਕਿ ਜਿਹੜੇ ਪਬਲਿਸ਼ਰ ਆ ਉਹ ਐਕਸਪਲੋਇਟ ਕਰ ਰਹੇ ਆ ਲੇਖਕਾਂ ਨੂੰ। ਬਿਲਕੁਲ, ਤੁਸੀਂ ਬਿਲਕੁਲ ਠੀਕ ਕਿਹਾ। ਪੰਜਾਬ ਨੂੰ ਇਸ ਵੇਲੇ 2-4 ਇੱਦਾਂ ਦੇ ਪ੍ਰਕਾਸ਼ਕਾਂ ਦੀ ਜ਼ਰੂਰਤ ਹੈ ਜਿਹੜੇ ਕਹਿ ਲਓ ਵੀ ਬਿਨਾਂ ਕਿਸੇ ਮੁਨਾਫੇ ਦੇ, ਨਾ ਘਾਟਾ ਪਵੇ ਉਹਨਾਂ ਨੂੰ, ਨਾ ਉਹਨਾਂ ਨੂੰ ਮੁਨਾਫਾ ਹੋਵੇ, ਇਸ ਤਰੀਕੇ ਨਾਲ ਕਿਤਾਬਾਂ ਛਾਪਣ। ਉਹਦੇ ਵਾਸਤੇ ਤੁਹਾਨੂੰ ਆਪਣਾ ਆਪ ਭੇਟ ਕਰਨਾ ਪੈਂਦਾ। ਕੁਝ ਲੋਕਾਂ ਨੇ ਕੋਸ਼ਿਸ਼ ਵੀ ਕੀਤੀ ਹੈ, ਕੁਝ ਲੋਕਾਂ ਨੇ ਦੇਖੋ ਆਪਣੇ ਭਾਜੀ ਗੁਰਸ਼ਰਨ ਨੇ ਕਿੰਨੀ ਵੱਡੀ ਕੋਸ਼ਿਸ਼ ਕੀਤੀ ਸੀ, ਉਹ ਆਪ ਕੋਲੋਂ ਪੈਸੇ ਲਾ ਕੇ ਲੋਕਾਂ ਦੀਆਂ ਕਿਤਾਬਾਂ ਛਾਪਦੇ ਰਹੇ ਆ। ਜਿਹੜੇ ਇਸ ਕਿਸਮ ਦੇ ਜਿਹੜੇ ਲੇਖਕ ਹੈ ਨਾ, ਜਿਹੜੇ ਖਾਸ ਤੌਰ ਦੇ ਉੱਤੇ ਪੌਂਡ ਤੇ ਡਾਲਰ ਲੈ ਕੇ ਇੱਥੇ ਆਉਂਦੇ ਆ, ਉਹਨਾਂ ਨੂੰ ਲੱਗਦਾ ਵੀ ਮਤਲਬ $500 ਕੋਈ ਲੈ ਕੇ ਆ ਜਾਵੇ ਉੱਥੋਂ ਅਮਰੀਕਾ ਦਾ, 35,000 ਰੁਪਇਆ ਬਣ ਜਾਂਦਾ ਇੱਥੇ। $500 ਦਿੱਤਾ, ਜਿਹੜੇ ਮਰਜ਼ੀ ਪਬਲਿਸ਼ਰ ਨੂੰ ਦੇ ਦਿਓ, ਤੇ ਕੂੜਾ ਕਰਕਟ ਆਪਣਾ ਛਪਾ ਲਓ। ਸੋ ਜਿਹੜਾ ਇਹ ਕੂੜਾ ਕਰਕਟ ਛਾਪ ਰਿਹਾ ਉਹ ਲਿਟਰੇਚਰ ਦਾ ਨੁਕਸਾਨ ਕਰ ਰਿਹਾ, ਤੇ ਉਹ ਕੂੜਾ ਕਰਕਟ ਛਾਪਣ ਦੇ ਵਿੱਚ ਆਪਣੇ ਮੁਨਾਫੇ ਲਈ ਜਿਹੜੇ ਪਬਲਿਸ਼ਰ ਹੈ ਉਹ ਇੱਕ ਗੇਮ ਖੇਡ ਰਿਹਾ, ਜਿਹਨੇ ਨੁਕਸਾਨ ਕੀਤਾ ਬਹੁਤ ਜ਼ਿਆਦਾ। ਸੋ ਪੰਜਾਬ ਨੂੰ ਇੱਕ ਲੋਕ ਪੱਖੀ ਜਿਹੜੇ ਪ੍ਰਕਾਸ਼ਕਾਂ ਦੀ ਜ਼ਰੂਰਤ ਹੈ, ਤੇ ਉਹਦੇ ਲਈ ਤੁਹਾਨੂੰ ਆਪਣਾ ਸਾਰਾ ਕੁਝ ਕੁਰਬਾਨ ਵੀ ਕਰਨਾ ਪੈਂਦਾ। ਕੁਰਬਾਨ ਕਰਦੇ ਆਏ ਆ ਲੋਕ, ਬਹੁਤ ਲੋਕਾਂ ਨੇ ਕੀਤਾ।
ਪਰ ਕੋਈ ਸਰਕਾਰ ਦੀ ਜਿਵੇਂ ਸਰਕਾਰ ਨੂੰ ਤੁਸੀਂ ਛੱਡ ਦਿਓ, ਸਰਕਾਰ ਦੇ ਤਾਂ ਹਰ ਜ਼ਿੰਮੇਵਾਰੀ ਤੋਂ ਹੱਥ ਚੱਕਿਆ ਹੈ। ਸਰਕਾਰ ਦਾ ਨਾਂ ਐਵੇਂ ਸਰਕਾਰ ਹੈ। ਸਰਕਾਰ ਹੁੰਦੀ ਕਾਹਦੇ ਲਈ ਹੈ? ਸਰਕਾਰ ਲੋਕਾਂ ਨੇ ਚੁਣੀ ਹੈ, ਲੋਕਾਂ ਵਾਸਤੇ ਕੰਮ ਕਰੇ। ਚਾਹੇ ਉਹ ਸਟੇਟ ਗਵਰਨਮੈਂਟਸ ਹੈ, ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ, ਚਾਹੇ ਸਟੇਟ ਗਵਰਨਮੈਂਟਸ ਹੈ, ਚਾਹੇ ਉਹ ਨੈਸ਼ਨਲ ਗਵਰਨਮੈਂਟ ਹੈ, ਉਹਨੇ ਤਾਂ ਹਰ ਪਾਸਿਓਂ ਹੱਥ ਖੜੇ ਕਰ ਦਿੱਤੇ ਆ। ਸਾਡਾ ਪਬਲਿਕ ਸੈਕਟਰ ਜਿਹੜਾ ਤਬਾਹ ਕੀਤਾ ਉਹਦੇ 'ਚ ਹੁਣ ਤੁਸੀਂ ਦੇਖ ਹੀ ਰਹੇ ਹੋ ਨਾ। ਪਬਲਿਕ ਸੈਕਟਰ ਨੂੰ ਤਬਾਹ ਕਰਕੇ ਜਿਹੜੀਆਂ ਨਵੀਆਂ ਇਕਨੋਮਿਕ ਪਾਲਿਸੀਜ਼ ਜਿਹੜੀਆਂ ਆ ਨਹੀਂ ਰਹੀਆਂ, ਆ ਹੀ ਗਈਆਂ ਨੇ, ਜਿਹਦੇ ਵਿੱਚੋਂ 3 ਖੇਤੀ ਕਾਨੂੰਨ ਨਿਕਲ ਕੇ ਆਏ ਆ। ਇਹ ਅੱਜ ਤੋਂ ਥੋੜ੍ਹਾ ਇਹ ਵਰਲਡ ਬੈਂਕ ਦੀ ਜਿਹੜੀ ਡਾਇਰੈਕਸ਼ਨ 'ਚ ਸਾਰਾ ਕੁਝ ਹੋ ਰਿਹਾ। ਤੇ ਸਰਕਾਰ ਇਸੇ ਕਰਕੇ ਨਾ ਐਜੂਕੇਸ਼ਨ ਨੂੰ ਦੇਖੇਗੀ ਨਾ ਲਿਟਰੇਚਰ। ਜਿੱਦਣ ਸਰਕਾਰ ਨੇ ਲਿਟਰੇਚਰ ਨੂੰ ਧਿਆਨ ਦੇਣਾ, ਭਾਸ਼ਾ ਵਿਭਾਗ ਦੀ ਹਾਲਤ ਦੇਖ ਲਓ ਤੁਸੀਂ, ਭਾਸ਼ਾ ਵਿਭਾਗ ਦੀ ਹਾਲਤ ਇੰਨੀ ਬੁਰੀ ਹੈ। ਪੰਜਾਬ ਸਟੇਟ ਟੈਕਸ ਬੋਰਡ ਬੰਦ ਹੋ ਗਿਆ। ਬਿਲਕੁਲ ਸਿਰਫ ਇਨਾਮ ਦੇਣ ਤੱਕ ਰਹਿ ਗਿਆ ਕੰਮ। ਇਨਾਮ ਕਿਉਂ ਦੇਣੇ ਆ? ਨਾਮ ਇਸ ਕਰਕੇ ਦੇਣੇ ਆ ਵੀ ਹੁਣ 4-4 5-5 ਸਾਲਾਂ ਬਾਅਦ ਨਾਮ ਦਿੱਤੇ ਜਾਂਦੇ ਆ। ਪਿਛਲੀ ਅਕਾਲੀ ਗਵਰਨਮੈਂਟ ਨੇ ਨਾਮ ਦਿੱਤੇ ਜਦੋਂ ਆਖਰੀ ਸਾਲ ਰਹਿ ਗਿਆ ਸੀ। ਐਤਕੀ ਪੰਜਾਬ ਦੀ ਸਰਕਾਰ ਨੇ ਨਾਮ ਅਨਾਉਂਸ ਕਰ ਦਿੱਤੇ ਆ ਆਖਰੀ ਸਾਲ ਇਲੈਕਸ਼ਨ ਵੋਟਾਂ ਵਾਲੀਆਂ, ਹਨਾ। ਨਹੀਂ ਲੇਖਕ ਤੇ ਇਨਾਮਾਂ ਦੀ ਰਾਸ਼ੀ ਵੀ ਵਧਾਤੀ ਹੁਣ ਤਾਂ। ਅਗਲੀ ਵਾਰ ਜਿਹੜੇ ਇਨਾਮ ਮਿਲਣੇ ਆ ਉਹ ਜਿਹੜਾ ਸ਼੍ਰੋਮਣੀ ਸਾਹਿਤਕਾਰ ਆ ਉਹਨੂੰ 5 ਦੀ ਥਾਂ 10 ਲੱਖ ਮਿਲਣਾ, ਸਾਹਿਤ ਰਤਨ ਨੂੰ 20 ਲੱਖ ਮਿਲਣਾ 10 ਲੱਖ ਦੀ ਥਾਂ ਦੇ ਉੱਤੇ। ਪਰ ਜਿਹੜਾ ਭਾਸ਼ਾ ਵਿਭਾਗ ਭਵਨ ਜਿਹੜਾ ਆ, ਜਿੱਥੇ ਬਹੁਤ ਵਧੀਆ ਗੈਸਟ ਹਾਊਸ ਵੀ ਬਣਾਏ ਸੀ, ਸਾਰਾ ਕੁਝ ਬਣਾਇਆ ਸੀ, ਸਟਾਫ ਦੀ ਜ਼ਰੂਰਤ ਹੈ, ਉੱਥੇ ਉਹ ਜਿਹੜਾ ਇੰਨੇ ਖਰੜੇ ਪਏ ਆ ਸਾਡੇ ਹਜ਼ਾਰਾਂ ਦੀ ਤਾਦਾਦ ਵਿੱਚ, ਉਹਨਾਂ ਨੂੰ ਸਾਂਭਣ ਦੀ ਜ਼ਰੂਰਤ ਹੈ, ਉਹਨਾਂ ਨੂੰ ਡਿਜੀਟਲ ਕਰਨ ਦੀ ਜ਼ਰੂਰਤ ਹੈ। ਉਹ ਜਿਹੜੀਆਂ ਲੋੜਾਂ ਨਹੀਂ ਪੂਰੀਆਂ ਕਰਨੀਆਂ। ਇਸ ਕਰਕੇ ਤੂੰ ਪਤਾ ਲੱਗਦਾ ਤੁਹਾਡਾ ਲੈਂਗੁਏਜ ਪ੍ਰਤੀ, ਤੁਹਾਡਾ ਲਿਟਰੇਚਰ ਪ੍ਰਤੀ ਨਜ਼ਰੀਆ ਕੀ ਹੈ। ਤੁਸੀਂ ਇੱਕ ਗੱਲ ਆਪਣੀ ਗੱਲ 'ਚ ਹੋਰ ਵੀ ਕਹੀ ਸੀ ਪੰਜਾਬੀ ਭਾਸ਼ਾ ਬਾਰੇ, ਕਿ ਮੇਰਾ ਬੱਚਾ ਮੈਂ ਚਾਹੁੰਦਾ ਪੰਜਾਬੀ ਭਾਸ਼ਾ ਪੜ੍ਹਾਉਣਾ, ਉਸ ਗੱਲ ਕਹੀ ਸੀਗੀ। ਇਹ ਕਿੱਥੇ ਕੁ ਮਤਲਬ ਇੱਕ ਲਗਰਜੀ, ਕੁਤਾਹੀ ਜਾਂ ਬੇਈਮਾਨੀ ਹੋ ਰਹੀ ਹੈ? ਬੇਈਮਾਨੀ ਹੈ ਅਸਲ 'ਚ, ਨਾ ਤਾਂ ਕੁਤਾਹੀ ਹੈ ਕੋਈ। ਇਹ ਸਭ ਕੁਝ ਸੋਚ ਸਮਝ ਕੇ ਕੀਤਾ ਜਾਂਦਾ। ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ 1-2 ਮੰਤਰੀਆਂ ਨੇ ਅੰਗਰੇਜ਼ੀ 'ਚ ਸਹੁੰ ਚੁੱਕਣੀ ਹੈ, ਮੈਂ ਇਕੱਲੇ ਕੈਪਟਨ ਅਮਰਿੰਦਰ ਦੀ ਗੱਲ ਨਹੀਂ ਕਰਦਾ, 10 ਸਾਲ ਸਰ ਬਾਦਲ ਦੀ ਸਰਕਾਰ ਰਹੀ, ਉਸ ਤੋਂ ਪਹਿਲਾਂ ਵੀ 15 ਸਾਲ ਉਹ ਮੁੱਖ ਮੰਤਰੀ ਰਹੇ ਆ, ਵੱਖਰੇ ਟਰਮਸ ਦੇ ਵਿੱਚ 25 ਸਾਲ ਮੁੱਖ ਮੰਤਰੀ ਰਹੇ ਸਰ ਬਾਦਲ। ਉਹਨਾਂ ਦੀ ਸਾਰੀਆਂ ਚਿੱਠੀਆਂ ਕਢਾ ਲਓ ਜਿਹੜੀਆਂ ਉਹਨਾਂ ਨੇ ਜਾਰੀ ਕੀਤੀਆਂ ਐਜ਼ ਏ ਚੀਫ ਮਿਨਿਸਟਰ, ਉਹ ਸਾਰੀਆਂ ਜਿਹੜੀਆਂ ਅੰਗਰੇਜ਼ੀ 'ਚ ਹੋਣਗੀਆਂ, ਪਰ ਪੱਪਾ ਰਾਰਾ ਕੱਕੇ ਨੂੰ ਕੰਨਾ ਸੱਸੇ ਪਹਿਲੇ ਬਿੰਦੀ ਪ੍ਰਕਾਸ਼ ਸਿੰਘ ਬਾਦਲ ਉਹ ਪੰਜਾਬੀ 'ਚ ਲਿਖਿਆ ਹੋਊਗਾ। ਬਿਲਕੁਲ। ਦੂਜੀ ਗੱਲ ਇਹ ਵੀ ਉਹ ਬੇਈਮਾਨੀ ਮੈਂ ਇਸ ਕਰਕੇ ਕਹਿ ਰਿਹਾ ਵੀ ਅਸਲ ਦੇ ਵਿੱਚ ਕਿਸੇ ਵੀ ਸੁਸਾਇਟੀ ਨੂੰ ਕਾਬੂ ਕਰਨ ਦਾ ਤਰੀਕਾ ਇਹ ਹੁੰਦਾ ਕਿ ਉਹਦੀ ਸਭ ਤੋਂ ਪਹਿਲਾਂ ਉੱਤੇ ਹਮਲਾ ਜਿਹੜਾ ਜ਼ੁਬਾਨ ਤੇ ਕੀਤਾ ਜਾਏ, ਭਾਸ਼ਾ ਤੇ ਕੀਤਾ ਜਾਏ। ਇਸੇ ਕਰਕੇ ਸਾਡਾ ਜਿਹੜਾ ਰਾਜ ਭਾਸ਼ਾ ਐਕਟ ਬਣਿਆ ਉਹਦੀ 'ਚ ਇੰਨੀਆਂ ਕਮੀਆਂ, ਇੰਨੀਆਂ ਖਾਮੀਆਂ। ਮੈਂ ਐਜ਼ ਏ ਜਨਰਲ ਸੈਕਟਰੀ ਕੇਂਦਰੀ ਪੰਜਾਬੀ ਲੇਖ ਸਭਾ ਦਾ ਐਕਸ ਜਨਰਲ ਸੈਕਟਰੀ ਹਾਂ। ਉਦੋਂ ਜਦੋਂ ਜਨਰਲ ਸੈਕਟਰੀ ਸੀ ਉਦੋਂ ਵੀ, ਉਸ ਤੋਂ ਪਹਿਲਾਂ ਵੀ ਮੈਂ 1986 ਤੋਂ ਕੇਂਦਰੀ ਪੰਜਾਬੀ ਲੇਖ ਸਭਾ 'ਚ ਐਕਟਿਵ ਹਾਂ। ਅਸੀਂ ਲਗਾਤਾਰ ਇਹ ਮੁੱਦਾ ਉਠਾਇਆ ਵੀ ਤੁਸੀਂ ਆਪਣੀ ਬੋਲੀ ਦਾ ਜਿਹੜਾ ਮਸਲਾ ਹੈ ਉਹਨੂੰ ਹੱਲ ਕਿਉਂ ਨਹੀਂ ਕਰਦੇ। ਰਾਜ ਭਾਸ਼ਾ ਐਕਟ ਦੇ ਵਿੱਚ ਸੋਧ ਕਰਵਾਈ ਆ ਲੇਖਕਾਂ ਨੇ ਲੜ ਕੇ 2008 ਦੇ ਵਿੱਚ, ਉਹਦੇ ਬਾਵਜੂਦ ਵੀ ਹਾਲੇ ਵੀ ਸਜ਼ਾ ਦੀ ਧਾਰਾ ਜਿਹੜੀ ਉੱਦਾਂ ਨਹੀਂ ਜੋੜੀ ਗਈ, ਹੈ ਨਾ। ਸੋ ਇਹਦਾ ਮਤਲਬ ਬੇਈਮਾਨੀ ਹੈ ਵੀ ਭਾਸ਼ਾ ਦੇ ਉੱਤੇ ਹਮਲਾ ਜਿਹੜਾ ਮਾਰਕੀਟ ਤੋਂ ਕਰਵਾਇਆ ਜਾ ਰਿਹਾ। ਮਾਰਕੀਟ ਦੀ ਬੋਲੀ ਸਰਕਾਰ ਬੋਲਦੀ ਹੈ ਜੋ ਕੁਝ ਵੀ ਆ। ਹੁਣ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਿੰਦਾ। ਇੱਕ ਪਾਸੇ ਕਿਸਾਨ ਲੜ ਰਹੇ ਆ ਤੇ ਰਿਲਾਇੰਸ ਜੀਓ ਦੇ ਜਿਹੜੇ ਸਿਮ ਕਾਰਡ ਆ ਉਹਨੂੰ ਪੋਰਟ ਕਰਵਾਇਆ ਗਿਆ, ਕਿਸੇ ਨੇ ਬੰਦ ਕਰਾ ਦਿੱਤੇ। ਪੰਜਾਬ ਦੇ ਵਿੱਚ ਉਹਨਾਂ ਦਾ ਬਾਈਕਾਟ ਹੋ ਰਿਹਾ। ਸਾਡੇ ਮੁੱਖ ਮੰਤਰੀ ਜਿਹੜੇ ਆ ਵਿਧਾਨ ਸਭਾ ਦੇ ਵਿੱਚ 3 ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਬਿੱਲ ਲੈ ਕੇ ਆਉਂਦੇ ਆ ਤੇ ਨਾਲ ਦੀ ਨਾਲ ਕਹਿੰਦੇ ਮੈਂ ਕਿਸਾਨਾਂ ਦੇ ਨਾਲ ਆ। ਨਾਲ ਦੀ ਨਾਲ ਹੀ ਜੀਓ ਨੂੰ ਪਾਵਰਕਾਮ ਰਾਹੀਂ ਜਿਹੜਾ ਆ 2 ਕਰੋੜ 32 ਲੱਖ ਰੁਪਏ ਦੇ ਦਿੰਦੇ ਆ ਵੀ ਜੀਓ ਦੇ ਸਿਮ ਇੱਧਰ ਲੈ ਕੇ ਆਏ। ਠੀਕ ਹੈ। ਇਹਦਾ ਮਤਲਬ ਕਿ ਅੱਛਾ BSNL ਨੂੰ ਬੋਲੀ ਸ਼ਾਮਲ ਨਹੀਂ ਕੀਤਾ ਜਾਂਦਾ, ਜਿਹੜਾ ਸਰਕਾਰੀ ਅਦਾਰਾ ਹੈ। ਇਹਦਾ ਮਤਲਬ ਹੈ BSNL ਨੂੰ ਮਾਰਨਾ। ਇਹ ਜਿੰਨੇ ਸਾਡੇ ਟੋਟਲ ਜਿਹੜੇ ਆ ਨਾ ਜੀ, ਜਿਹੜੇ ਪਲੇਟਫਾਰਮ ਅਸੀਂ ਦੇਖ ਰਹੇ ਆ, ਪ੍ਰਾਈਵੇਟ ਪਲੇਅਰ ਜਿਹੜੇ ਆ, ਜੇ ਮੈਂ ਸਿਰਫ ਮੋਬਾਈਲ ਦੀ ਗੱਲ ਕਰਾਂ, ਉਹ ਕਿੱਥੇ ਕੰਮ ਕਰਦੇ ਆ? ਉਹਨਾਂ ਨੇ ਸਟਰਕਚਰ ਕਿਹੜਾ ਯੂਜ਼ ਕੀਤਾ? ਸਟਰਕਚਰ ਸਾਰਾ ਉਹਨਾਂ ਨੇ BSNL ਦਾ ਯੂਜ਼ ਕੀਤਾ, ਸਰਕਾਰੀ ਸਟਰਕਚਰ ਯੂਜ਼ ਕਰਕੇ ਇੱਥੇ ਤੱਕ ਪਹੁੰਚੇ ਹੋ। ਇਹੀ ਐਜੂਕੇਸ਼ਨ ਹੈ, ਇਹੀ ਲੈਂਗੁਏਜ ਦਾ ਮਸਲਾ ਹੈ। ਸੋ ਲੈਂਗੁਏਜ ਨੂੰ ਮਾਰਨਾ ਹੈ, ਐਜੂਕੇਸ਼ਨ ਨੂੰ ਮਾਰਨਾ ਹੈ, ਜਿਹੜੇ ਪਿਲਰ ਹੁੰਦੇ ਆ ਕਿਸੇ ਸੁਸਾਇਟੀ ਦੇ, ਐਜੂਕੇਸ਼ਨ ਤੇ ਹੈਲਥ, ਉਹਨੂੰ ਖਤਮ ਕਰਨਾ। ਤੁਸੀਂ ਦੱਸੋ ਵੀ ਜਿਹੜੀਆਂ ਤੁਸੀਂ ਗੱਲ ਕੀਤੀ ਹੈ ਪੰਜਾਬੀ ਭਾਸ਼ਾ ਬਾਰੇ ਜੀ, ਜਿਹੜੀਆਂ ਲੇਖਕ ਆ ਜਾਂ ਸਭਾਵਾਂ ਆ, ਇਹ ਹੋਰ ਪ੍ਰੈਸ਼ਰ ਬਣਾ ਸਕਦੀਆਂ ਕਿ ਜੋ ਕੁਛ ਕਰਤਾ ਹੈ ਕਾਫੀ ਆ? ਨਹੀਂ, ਕਾਫੀ ਨਹੀਂ ਹੁੰਦਾ ਕਦੀ। ਪਹਿਲੀ ਗੱਲ ਤਾਂ ਸਾਡੀ ਕਿੰਨੀ ਕੁ ਤਾਕਤ ਹੈ। ਲੇਖਕ ਦੀ ਤਾਕਤ ਤਾਂ ਇਹ ਆ ਵੀ ਉਹ ਲਿਖ ਲਏਗਾ, ਅਖਬਾਰ 'ਚ ਆਰਟੀਕਲ ਛਪ ਜਾਊਗਾ, ਕਵਿਤਾ ਰਾਹੀਂ ਕੋਈ ਗੱਲ ਕਹਿ ਦਊਗਾ, ਜਾਂ ਜਥੇਬੰਦਕ ਜਿਹੜੀ ਕਰਨੀ ਕੇਂਦਰੀ ਪੰਜਾਬੀ ਲੇਖ ਸਭਾ ਨੇ, ਸਾਡੀ ਕਿੰਨੀ ਕੁ 144 ਸਭਾਵਾਂ ਸਾਡੇ ਕੋਲ, 144 ਸਭਾਵਾਂ ਕੇਂਦਰੀ ਪੰਜਾਬੀ ਲੇਖ ਸਭਾ ਨਾਲ ਐਫੀਲੀਏਟਡ ਹੈ। 12,000 ਤੋਂ ਜ਼ਿਆਦਾ ਪਿੰਡ ਆ ਪੰਜਾਬ ਦੇ। ਇਹ ਤਾਂ ਲੋਕਾਂ ਦੀ ਲੜਾਈ ਹੈ। ਲੋਕਾਂ ਨੂੰ ਸਮਝਣਾ ਚਾਹੀਦਾ, ਜਿਹੜੇ ਲੋਕ ਸਮਝਦੇ ਆ ਵੀ ਲੇਖਕਾਂ ਦੀ ਲੜਾਈ ਆ ਭਾਸ਼ਾ ਬਾਰੇ ਲੜਨਾ,
ਇਹ ਤਾਂ ਇਹਨਾਂ ਦੀ ਵੀ ਲੜਾਈ ਆ, ਜਿਹੜੇ ਕਿਸਾਨ ਬੈਠੇ ਆ ਉੱਥੇ, ਜੇ ਉਹਨਾਂ ਦੀ ਜ਼ੁਬਾਨ ਖੋਈ ਜਾਏਗੀ ਉਹਨਾਂ ਦੀ ਖੇਤੀ ਖੁੱਤੀ ਕੁਝ ਨਹੀਂ ਬਚਣਾ। ਇਸ ਕਰਕੇ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਵੀ ਤੁਸੀਂ ਆਪਣੀ ਲੜਾਈ ਦੇ ਵਿੱਚ, ਹੁਣ ਤਾਂ ਠੀਕ ਹੈ, ਹੁਣ ਲੜਾਈ ਫੋਕਸ ਕਰਨੀ ਚਾਹੀਦੀ ਹੈ 3 ਖੇਤੀ ਕਾਨੂੰਨਾਂ ਤੇ MSP ਤੇ ਕਾਨੂੰਨ ਬਣਾਉਣ ਦੀ ਲੜਾਈ, ਠੀਕ ਹੈ। ਇਸ ਤੋਂ ਬਾਅਦ ਲੜਾਈ ਲੈਂਗੁਏਜ ਦੀ ਲੜਨੀ ਪੈਣੀ ਹੈ, ਭਾਸ਼ਾ ਦੀ ਲੜਨੀ ਪੈਣੀ ਹੈ। ਭਾਸ਼ਾ ਦੇ ਆਧਾਰ ਤੇ ਸੂਬਾ ਬਣਿਆ ਨਾ ਇਹ, ਬਿਲਕੁਲ ਬਿਲਕੁਲ। ਭਾਸ਼ਾ ਦੇ ਆਧਾਰ ਤੇ ਜਿਹੜਾ ਸੂਬਾ ਬਣਾਉਣ ਦੇ ਨਾਂ ਤੇ ਸੂਬੀ ਬਣਾ ਲਈ ਅਸੀਂ। ਹਿਮਾਚਲ ਵੀ ਬਾਹਰ ਕੱਢਤਾ, ਹਰਿਆਣਾ ਵੀ ਬਾਹਰ ਕੱਢਤਾ, ਕਿੱਥੇ ਤੱਕ ਪੰਜਾਬ ਹੁੰਦਾ ਸੀ? ਪਹਿਲਾਂ 47 ਚ ਪੰਜਾਬ ਨੂੰ ਵੱਢ ਦਿੱਤਾ। ਹੁਣ ਉੱਥੇ ਜਿਹੜਾ ਲੈਂਦੇ ਪੰਜਾਬ ਦੇ 8.5 ਕਰੋੜ ਪੰਜਾਬੀ ਹੈ। ਹਾਂਜੀ ਹਾਂਜੀ। ਮੈਂ ਜਾ ਕੇ ਆਇਆ ਪਿਛਲੇ ਸਾਲ ਲਾਹੌਰ ਦੇ ਵਿੱਚ, ਦੇਖ ਕੇ ਹਾਲਤ ਕੀ ਹੈ ਉੱਥੇ ਸਰਕਾਰੀ ਲੈਵਲ ਦੇ ਉੱਤੇ ਜਿਹੜੀ ਭਾਸ਼ਾ ਹੈ ਉਹਨੂੰ ਉਰਦੂ ਰੱਖਿਆ ਹੋਇਆ, ਤੇ ਜਿਹੜੀ ਪੰਜਾਬੀ ਆ ਉਹ ਬੋਲਣ ਦੀ ਭਾਸ਼ਾ ਰਹਿ ਗਈ, ਉੱਥੇ ਪੜ੍ਹਾਈ ਲਿਖਾਈ ਦੀ ਭਾਸ਼ਾ ਨਹੀਂ ਹੈਗੀ। ਸੋ ਹਰ ਪਾਸੇ ਇਹ ਹਾਲਤ ਹੈ। ਇਹ ਲੜਾਈ ਅਸਲ ਦੇ ਵਿੱਚ ਪੂਰੇ ਪੰਜਾਬੀ ਭਾਈਚਾਰੇ ਦੀ, ਜਿਹੜਾ ਸਾਰੀ ਦੁਨੀਆ ਭਰ 'ਚ ਬੈਠਾ ਹੈ। ਤੇ ਇਹ ਲੜਾਈ ਕੇਵਲ ਲੇਖਕਾਂ ਦੀ ਨਹੀਂ ਹੈਗੀ, ਲੇਖਕ ਤਾਂ ਪਤਾ ਨਹੀਂ ਕਦੋਂ ਤੋਂ ਲੜ ਰਹੇ ਆ। ਸਾਨੂੰ ਤਾਂ ਮਿਹਣੇ ਮਿਲਦੇ ਆ, ਲਓ ਜੀ ਇਹ ਪੰਜਾਬੀ ਦੀ ਲੜਾਈ ਲੜੀ ਜਾਂਦੀ, ਜਿਹੜੇ ਮਿਹਣੇ ਮਾਰਦੇ ਲੜਾਈ ਤਾਂ ਉਹਨਾਂ ਦੀ ਅਸਲ 'ਚ। ਠੀਕ ਹੈ ਤੁਹਾਡੀ ਗੱਲ। ਤੁਸੀਂ ਆਪਾਂ ਜਿਵੇਂ ਗੱਲ ਕੀਤੀ ਟੋਟਲੀ ਹੈ ਨਾ, ਤੁਸੀਂ ਆਪਣੀ ਗੁੱਡੀ ਚੜਾਉਣ ਲਈ ਕਾਫੀ ਤੁਣਕੇ ਮਾਰੇ, ਤੇ ਹੁਣ ਅੱਗੇ ਤੁਹਾਡਾ ਕੀ ਆ ਜ਼ਿੰਦਗੀ 'ਚ, ਕਿ ਤੁਸੀਂ ਕੁਝ ਕਿਆ ਸੋਚਿਆ ਹੈ ਲਿਟਰੇਚਰ ਵਿੱਚ ਕੀ ਯੋਗਦਾਨ ਪਾਉਣ ਲਈ, ਜਾਂ ਸਮਾਜ ਲਈ, ਜਾਂ ਪੱਤਰਕਾਰੀ ਵਿੱਚ ਕੀ? ਦੇਖੋ, ਮੈਂ ਸਮਝਦਾ ਕਿ ਕਦੇ ਵੀ ਤੁਹਾਡੀ ਜਿਹੜੀ ਗਤੀ ਆ ਉਹਨੂੰ ਵਿਰਾਮ ਨਹੀਂ ਦੇਣਾ ਚਾਹੀਦਾ, ਕੰਮ ਕਰਦੇ ਰਹਿਣਾ ਚਾਹੀਦਾ। ਜੀ ਜੀ। ਸੁਪਨੇ ਜਦੋਂ ਲੈਣੋਂ ਹਟ ਜਾਓਗੇ ਤਾਂ ਫਿਰ ਜੀਵਨ ਖਤਮ ਹੋ ਜਾਂਦਾ ਹੈ। ਸੁਪਨਿਆਂ ਨੂੰ ਹਕੀਕਤ 'ਚ ਬਦਲਣ ਦੀ ਕੋਸ਼ਿਸ਼ ਹਮੇਸ਼ਾ ਹੁੰਦੀ ਹੈ। ਸੁਪਨਾ ਤਾਂ ਸਾਡਾ ਇਹੀ ਹੈ ਵੀ ਘੱਟੋ ਘੱਟ, ਮੈਂ ਆਪਣੀ ਗੱਲ ਕਰਾਂ ਵੀ ਹਾਂ, ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਅੱਜ ਹੈ, ਆਉਣ ਵਾਲਾ ਕੱਲ੍ਹ ਉਹਦੇ ਤੋਂ ਬਿਹਤਰ ਹੋਵੇ। ਉਹਦੇ ਲਈ ਚਾਹੇ ਉਹ ਤੁਹਾਡੀ ਲੇਖਕ ਭਾਈਚਾਰੇ ਦੇ ਨਾਲ ਰਲ ਕੇ ਤੁਸੀਂ ਕੋਈ ਜਥੇਬੰਦਕ ਕਾਰਜ ਕਰਦੇ, ਜਾਂ ਨਿੱਜੀ ਤੌਰ ਦੇ ਉੱਤੇ ਤੁਸੀਂ ਆਪਣੀ ਲਿਖਤ ਜਿਹੜੀ ਆ ਉਹਨੂੰ ਇਸ ਢੰਗ ਦੀ ਲੈ ਕੇ ਆਉਣਾ ਚਾਹੁੰਦੇ ਹੋ। ਆਉਣ ਵਾਲੇ ਪਲਾਨਸ ਹੋ ਸਕਦੇ ਆ ਵੀ ਮੈਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨਜ਼ਮ ਵੀ ਲਿਖਣੀ ਆ, ਕਵਿਤਾ ਵੀ ਲਿਖਣੀ ਆ, ਮੈਂ ਕੋਈ ਇੱਦਾਂ ਦੀ ਵਾਰਤਕ ਲਿਖਣੀ ਹੈ, ਇੱਦਾਂ ਦੀ ਕਿਤਾਬ ਦੇਣੀ ਆ ਜਿਹੜੀ ਘੱਟੋ ਘੱਟ ਇੱਕ ਸੇਧ ਦੇ ਸਕੇ ਜੀ ਇਸ ਸੁਸਾਇਟੀ ਨੂੰ, ਕੋਈ ਬਿਹਤਰ ਰੋਲ ਅਦਾ ਕਰ ਸਕੇ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ, ਉਹ ਆਪਣੀ ਥਾਂ ਦੇ ਉੱਤੇ ਹੈ। ਬਾਕੀ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਜਿਹੜੀ ਇਸ ਵੇਲੇ ਹੋਂਦ ਤੇ ਇੱਕ ਪੰਜਾਬ ਤੇ ਖਤਰਾ ਹੈ। ਉਸ ਲੜਾਈ ਦੇ ਵਿੱਚ ਜਿੰਨਾ ਕੁ ਵੀ ਹਿੱਸਾ ਪੈ ਸਕਦਾ ਹੋਵੇ ਉਹ ਪਾਉਣ ਦੀ ਜ਼ਰੂਰਤ ਹੈ। ਪਰਸਨਲ ਤੌਰ ਦੇ ਉੱਤੇ, ਨਿੱਜੀ ਤੌਰ ਦੇ ਉੱਤੇ ਮੈਂ ਜੇ ਆਪਣੀ ਗੱਲ ਕਰਾਂ, ਮੈਨੂੰ ਕੁਝ ਨਹੀਂ ਚਾਹੀਦਾ। ਮੈਨੂੰ ਲੱਗਦਾ ਕਿ ਜਿਹੜੇ ਮੇਰੇ ਬੱਚੇ ਆ, ਮੇਰੇ ਗੁਆਂਢੀ ਦੇ ਬੱਚੇ ਆ, ਸਾਡੀ ਸੁਸਾਇਟੀ ਦੇ ਜਿਹੜੇ ਸਾਰੇ ਬੱਚੇ ਆ, ਉਹਨਾਂ ਨੂੰ ਬਿਹਤਰ ਭਵਿੱਖ ਮਿਲੇ। ਉਹ ਬਿਹਤਰ ਭਵਿੱਖ ਦੀ ਲੜਾਈ ਜਿੱਥੇ ਕਿਤੇ ਵੀ ਹੋਏਗੀ, ਉਹ 'ਚ ਸੁਸ਼ੀਲ ਦੋਸਾਂਝ ਹਾਜ਼ਰ ਰਹੇਗਾ ਜੀ। ਸੋ ਪਿਆਰੇ ਦਰਸ਼ਕੋ, ਸੁਸ਼ੀਲ ਦੋਸਾਂਝ ਉਹਨਾਂ ਨੇ ਆਪਣੀ ਜਿਹੜੀ ਗਜ਼ਲ ਸੁਣਾਈ ਸੀ ਉਹ 'ਚ ਜ਼ਿਕਰ ਕੀਤਾ ਸੀ ਜਰਜਰ ਬੇੜੀ ਦਾ ਜੀ, ਪਰ ਇਹਨਾਂ ਦੀ ਜਿਹੜੀ ਆਪਣੀ ਜ਼ਿੰਦਗੀ ਦੀ ਬੇੜੀ ਆ ਉਹ ਬੜੀ ਮਜ਼ਬੂਤ ਆ। ਝੱਖੜ ਵੀ ਆਏ, ਤੂਫਾਨ ਵੀ ਆਇਆ, ਪਰ ਉਹ ਅਡੋਲ ਜਿਹੜੀ ਆ ਚੱਲਦੀ ਰਹੀ। ਸੋ ਦੋਸਾਂਝ ਸਾਹਿਬ ਨਾਲ ਗੱਲਾਂ ਕਰਕੇ ਮੈਨੂੰ ਤਾਂ ਬੜਾ ਆਨੰਦ ਆਇਆ, ਔਰ ਇਹਨਾਂ ਤੋਂ ਬੜਾ ਹੀ ਕੁਝ ਸਿੱਖਣ ਨੂੰ ਮਿਲਿਆ। ਇਹਨਾਂ ਦੀ ਜਿਹੜੀ ਡੈਡੀਕੇਸ਼ਨ ਹੈਗੀ ਆ ਪ੍ਰਤੀਬੱਧਤਾ ਸਾਹਿਤ ਪ੍ਰਤੀ, ਸਮਾਜ ਪ੍ਰਤੀ, ਜਾਂ ਹੋਰ ਵੱਖ-ਵੱਖ ਖੇਤਰਾਂ ਵਿੱਚ, ਉਹ ਸੁਣ ਕੇ ਤੁਹਾਨੂੰ ਜਿਹੜਾ ਆ ਜ਼ਰੂਰ ਤੁਹਾਨੂੰ ਵੀ ਤੁਸੀਂ ਵੀ ਬੜੇ ਆਨੰਦਿਤ ਹੋਏ ਹੋਵੋਗੇ। ਸੋ ਇਹ ਸਨ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਦੋਸਾਂਝ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਅਗਲੇ ਹਫ਼ਤੇ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਤੁਸੀਂ ਕਮਲਜੀਤ ਸਿੰਘ ਬਰਾੜ ਨੂੰ ਦਿਓ ਇਜਾਜ਼ਤ।